ਉਹਦੇ ਵਿੱਚ ਗੁਰੂ ਸਾਹਿਬ ਦੀ ਰਹਿਮਤ ਦਾ ਸਦਕਾ, ਮਾਲਕ ਦੀ ਬਖਸ਼ਿਸ਼ ਸਦਕਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਸਾਹਿਬ ਦੀ ਕਿਰਪਾ ਸਦਕਾ ਸਤਿਗੁਰ ਆਪਣੀ ਸੇਵਾ ਆਪੇ ਲੈਣ। ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਖਸ਼ਿਸ਼ ਕੀਤੀ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਤੁਰ ਕੀ ਬਾਣੀ ਆਈ ਤੇਰੇ ਸਗਲੀ ਚਿੰਤ ਮਿਟਾਈ। ਇੰਨੇ ਜੋਗੇ ਹੈ ਤੇ ਨਹੀਂ, ਫਿਰ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਸੋਈ ਵਿਧਾਤਾ ਖਿਣ ਖਿਣ ਜਪੀਏ, ਜਿਤ ਸਿਮਰਤ ਸਭ ਅਵਗਣ ਟਕੀਏ। ਗੁਰੂ ਸਾਹਿਬ ਸਾਡੇ ਤੇ ਮਿਹਰ ਕਰੇ। ਇਹ ਜਗ ਵਾੜੀ ਮੇਰਾ ਭਰਾ ਮਾਲੀ, ਸਦਾ ਸੰਭਾਲਿਆ ਕੋ ਨਾ ਹੀ ਖਾਲੀ। ਆਪਾਂ ਉੱਤੇ ਗੱਲ ਕਰਾਂਗੇ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਭੰਡਾਰ ਦੀ ਗੱਲ ਕਰਾਂਗੇ। ਔਰ ਇਹ ਗੱਲਬਾਤ ਕਰਨਾ ਮੇਰੇ ਅਤੀ ਸਤਿਕਾਰਯੋਗ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਇਹਨਾਂ ਤੇ ਸਾਰਾ ਫਿਰ ਦਿਨ ਬਿਜੀ ਰਹਿੰਦੇ ਨੇ ਕਲਾਸਾਂ ਲਾ ਕੇ ਬੱਚਿਆਂ ਦੇ ਨਾਲ, ਵੀਰਾਂ ਦੇ ਨਾਲ, ਵਿਦਿਆਰਥੀਆਂ ਦੇ ਨਾਲ। ਔਰ ਪੰਥ ਪ੍ਰਸਿੱਧ ਕਥਾਵਾਚਕ ਜੋ ਲੰਡਨ ਤੋਂ ਨੇ, ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ ਵੀਰ ਜੀ ਨੂੰ ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਸਵਿੰਦਰ ਸਿੰਘ ਜੀ, ਇਹ ਗੁਰੂ ਸਾਹਿਬ ਨੇ ਸਾਡੇ ਤੇ ਮਿਹਰ ਕੀਤੀ। ਹਾਂਜੀ, ਸਿੱਖ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬੜੀ ਹੀ ਪਿਆਰ ਨਾਲ ਆਵਾਜ਼ ਨਹੀਂ ਆ ਰਹੀ ਮੇਰੇ ਵੀਰ ਦੀ। ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਥੋੜੀ ਜਿਹੀ ਆਵਾਜ਼ ਦਾ ਕਰਨ ਖਿਆਲ। ਆਵਾਜ਼ ਨਹੀਂ ਤੁਹਾਡੀ ਆਪ ਦੀ ਸੁਣਾਈ ਦੇ ਰਹੀ। ਬਾਕੀ ਸੰਗਤ ਜੀ, ਜੋ ਸਤਿਗੁਰੂ ਨੇ ਕਿਰਪਾ ਕੀਤੀ ਕਿ ਆਪਾਂ ਅੱਜ ਗੱਲ ਕਰਨੀ ਧੁਰ ਕੀ ਬਾਣੀ ਆਈ ਤੇਰੇ ਸਗਲੀ ਚਿੰਤ ਮਿਟਾਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨਿਆ ਪ੍ਰਤੱਖ ਗੁਰੂ ਨਿਸਤਾਰੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵਨ ਅਵਰ ਨਾ ਕੋਈ। ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰ। ਆਪਾਂ ਅੱਜ ਗੱਲ ਕਰਾਂਗੇ ਕਿ ਗੁਰਬਾਣੀ ਪਾਠ ਕਰਦਿਆਂ ਦਾ ਧਿਆਨ ਭੰਗ ਕਿਉਂ ਹੁੰਦਾ, ਧਿਆਨ ਨਹੀਂ ਭੰਗ ਕਿਉਂ ਹੁੰਦਾ ਤੇ ਕਾਰਨ ਕੀ ਹੈ। ਇਹ ਤੇ ਗੱਲ ਕਰਾਂਗੇ। ਗੁਰਬਾਣੀ ਦਾ ਪਾਠ ਕਰਦਿਆਂ ਦਾ ਧਿਆਨ ਨਹੀਂ ਲੱਗਦਾ, ਜਾਣਾ ਕੀ ਹੋਇਆ, ਇਹ ਆਪਾਂ ਗੱਲਬਾਤ ਕਰਾਂਗੇ। ਔਰ ਗੁਰੂ ਅਰਜਨ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ, ਮਿਹਰ ਕੀਤਾ, ਤਰਸ ਕੀਤਾ। ਜੋ ਸੁਰ ਰਾਗ ਦੇ ਵਿੱਚ ਹਰ ਅਕਾਲ ਪੁਰਖ ਸੱਚੇ ਮਹਾਰਾਜ ਦੀ ਗੱਲਬਾਤ ਕੀਤੀ ਕਿ ਗੁਰਬਾਣੀ ਕੀ ਹੈ। ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ, ਅੰਤ ਕਰੇ ਨਾ ਨਾਰੀ ਹਰ ਹਰ ਬਬ ਕਿਰਪਾ ਧਾਰੀ, ਸੰਤੋ ਸੁਖ ਆ ਸਭ ਥਾਈ, ਪਾਹ ਬ੍ਰਹਮ ਪੂਰਨ ਪਰਮੇਸ਼ਰ ਰਵਰਿਆ ਸਭਨੀ ਜਾਈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਾਣੀ ਆਈ ਹੈ ਜੈਸੀ ਮੈਂ ਆਵਾ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵਿੱਚ ਲਾਲੋ, ਪਾਪ ਕੀ ਜਾਂਜਲਾ ਕਾਬਲੂ ਧਾਇਆ, ਚੋਰੀ ਮੰਗਿਆ ਦਾਨ ਵਿੱਚ ਲਾਲੋ, ਸ਼ਰਮ ਧਰਮ ਦੋਇ ਛੱਪ ਖਲੋਏ ਕੂੜ ਫਿਰੈ, ਪ੍ਰਧਾਨ ਵੀ ਲਾ ਲੋ, ਕਾਦੀਆਂ ਬਾਹਮਣਾ ਕੀ ਗੱਲ ਥੱਕੀ, ਅੱਗ ਛੜੇ ਪਗਤ ਪੜੇ ਸ਼ੈਤਾਨ ਵੀ ਲਾ ਲੋ, ਮੁਸਲਮਾਨੀਆਂ ਪੜੇ ਕਿਤੇਬਾਂ ਕਸ਼ਟਮਾ ਕਰੇ ਖੁਦਾਏ ਵੀ ਲਾ ਲੋ, ਜਾ ਸੁਨਾਤੀ ਹੋਰ ਹੰਦਵਾਣੀਆਂ ਇਹ ਵੀ ਲੇਖਾ ਲਾਏ ਵੀ ਲਾ ਲੋ, ਖੂਨ ਕਾ ਸੋਹਲਾ ਗਾਵੀਆ ਨਾਨਕ ਰਾਤਕ ਕੰਗੂ ਪਾਏ ਵੀ ਲਾ ਲੋ। ਸੱਚ ਕੀ ਬਾਣੀ ਨਾਨਕ ਆਖਿਆ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਆਪਾਂ ਇਹ ਬਾਣੀ ਤੇ ਗੱਲਬਾਤ ਕਰਨੇ ਆ ਕਿ ਸਾਡਾ ਧਿਆਨ ਕਿਉਂ ਨਹੀਂ ਲੱਗਦਾ, ਕੀ ਕਾਰਨ ਹੈ। ਇਹ ਗੁਰੂ ਸਾਡੇ ਤੇ ਕਿਰਪਾ ਕਰੇ ਕਿ ਬਾਣੀ ਜਦੋਂ ਆਪਾਂ ਮੰਨ ਲਓ ਜਪਜੀ ਦਾ ਪਾਠ ਆਰੰਭ ਵੀ ਕੀਤਾ, ਆਰੰਭ ਕੀਤਿਆਂ ਦੋ ਚਾਰ ਪੌੜੀਆਂ ਪੜੀਆਂ, ਮੁੜ ਕੇ ਧਿਆਨ ਟਿਕਿਆ, ਐਂਡ ਵਾਲਾ ਸ਼ਬਦ ਆ ਜਾਂਦਾ ਨਾ, ਜਿੰਨੀ ਨਾਮ ਤੇ ਆ ਗੈ ਮਸਕਤ ਕਾਲ ਨਾਨਕ ਤੇ ਮੁਗਜਲੇ, 33 ਛੁੱਟੀ ਨਾਲ ਬੰਦਾ ਸੁਣੀਦਾ ਭੋਗ ਵੀ ਪਾ ਲਿਆ ਤੇ ਧਿਆਨ ਕਿੱਧਰ ਰਿਹਾ। ਮੈਂ ਅੰਮ੍ਰਿਤਪਾਲ ਸਿੰਘ ਗਿਆਨੀ ਜੀ ਨੂੰ ਬੇਨਤੀ ਕਰਾਂਗਾ, ਤੁਸੀਂ ਇਹ ਦੱਸੋ ਕਿ ਇਹ ਬਾਣੀ ਪੜ੍ਹਦਿਆਂ ਧਿਆਨ ਭੰਗ ਕਿਉਂ ਹੁੰਦਾ, ਜਾਣਾ ਕੀ ਹੈ, ਇਹ ਜ਼ਰੂਰ ਸੰਗਤਾਂ ਨੂੰ ਤੁਸੀਂ ਚਾਨਣਾ ਪਾਓ ਜੀ। ਹਾਂਜੀ, ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ, ਐਕਚੁਅਲੀ ਧਿਆਨ ਭੰਗ ਹੋਣਾ ਇੱਕ ਬੜੀ ਵੱਖਰੀ ਗੱਲ ਹੈਗੀ ਹੈ। ਤੇ ਮੇਰੀ ਆਵਾਜ਼ ਆਪ ਜੀ ਨੂੰ ਆ ਰਹੀ ਹੈ ਨਾ ਜੀ? ਹਾਂਜੀ, ਧਿਆਨ ਭੰਗ ਹੋਣਾ ਜਿਹੜਾ ਹੈ, ਇਹ ਆਮ ਤੌਰ ਤੇ ਮੈਂ ਕਿਸੇ ਨੂੰ ਪੁੱਛਦਾ ਵਾਂ ਕਿ ਧਿਆਨ ਕਿਵੇਂ ਭੰਗ ਹੁੰਦਾ ਵੈ, ਤੇ ਉਹਨਾਂ ਵੱਲੋਂ ਇਹ ਜਵਾਬ ਆਉਂਦਾ ਹੈ ਕਿ ਦੇਖੋ ਜੀ, ਜਦੋਂ ਅਸੀਂ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਾਡਾ ਧਿਆਨ ਜਿਹੜਾ ਹੈ ਉਹ ਪਰਿਵਾਰ ਵਿੱਚ ਚਲਾ ਜਾਂਦਾ ਹੈ, ਬੱਚਿਆਂ ਵਿੱਚ ਚਲਾ ਜਾਂਦਾ ਹੈ, ਜਾਂ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਸਾਡਾ ਧਿਆਨ ਕੰਮਕਾਰ ਵਿੱਚ ਚਲਾ ਜਾਂਦਾ ਹੈ, ਸਾਡਾ ਧਿਆਨ ਜਿਹੜਾ ਉਹ ਹੋਰ ਥਾਵਾਂ ਤੇ ਚਲਾ ਜਾਂਦਾ ਹੈ, ਕੰਮਕਾਰ ਵਿੱਚ ਚਲਾ ਜਾਂਦਾ ਹੈ, ਫੈਕਟਰੀ ਵਿੱਚ ਚਲਾ ਜਾਂਦਾ ਹੈ, ਜਾਂ ਬੱਚਿਆਂ ਦੇ ਵਿੱਚ ਚਲਾ ਜਾਂਦਾ ਹੈ। ਤੇ ਮੈਂ ਉਹਨਾਂ ਨੂੰ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਇਹਨੂੰ ਧਿਆਨ ਭੰਗ ਹੋਣਾ ਨਹੀਂ ਕਹਿੰਦੇ। ਦੇਖੋ, ਸਿੱਖ ਦਾ ਦਿਮਾਗ ਜਿਹੜਾ ਨਾ, ਉਹ ਪੱਥਰ ਨਹੀਂ ਹੈਗਾ, ਬਹੁਤ ਕੋਮਲ ਹੈ, ਸੈਂਸਿਟਿਵ ਹੈ, ਨਾਜ਼ੁਕ ਹੈ।
ਤੇ ਜੇ ਬਾਣੀ ਪੜ੍ਹਦਿਆਂ ਧਿਆਨ ਪਰਿਵਾਰ ਵਿੱਚ ਜਾ ਰਿਹਾ ਹੈ, ਜੌਬ ਤੇ ਜਾ ਰਿਹਾ ਹੈ, ਸ਼ੌਪ ਤੇ ਜਾ ਰਿਹਾ ਹੈ, ਕੰਮਕਾਰ ਤੇ ਜਾ ਰਿਹਾ ਹੈ, ਇਹਦਾ ਮਤਲਬ ਇਹ ਹੈ ਕਿ ਸਿੱਖ ਜਿਹੜਾ ਹੈ ਆਪਣੀਆਂ ਗ੍ਰਸਤ ਦੀਆਂ ਤੇ ਕਿਰਤ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਪੂਰਨ ਤੌਰ ਤੇ ਸੁਚੇਤ ਹੈ। ਸਿੱਖ ਸੁਚੇਤ ਹੈ, ਉਹਨੂੰ ਪਤਾ ਹੈ ਮੇਰੀ ਗ੍ਰਸਤ ਦੀਆਂ ਕੁਝ ਜ਼ਿੰਮੇਵਾਰੀਆਂ ਨੇ, ਕੁਝ ਫਰਜ਼ ਨੇ। ਹੁਣ ਇਹਨੂੰ ਧਿਆਨ ਭੰਗ ਹੋਣਾ ਨਹੀਂ ਕਹਿੰਦੇ, ਇਹਨੂੰ ਕਹਿੰਦੇ ਨੇ ਲਾਪਰਵਾਹੀ। ਬਾਣੀ ਪੜ੍ਹਦਿਆਂ ਲਾਪਰਵਾਹੀ ਕਰਨੀ, ਨਾਲੇ ਗੁਰਬਾਣੀ ਦਾ ਪਾਠ ਚੱਲ ਰਿਹਾ ਹੈ, ਨਾਲੇ ਧਿਆਨ ਪਰਿਵਾਰ ਵਿੱਚ, ਬੱਚਿਆਂ ਵਿੱਚ ਜਾਂ ਕੰਮ ਕਰਦੇ ਜਾ ਰਹੇ ਹੈ। ਇਹ ਧਿਆਨ ਭੰਗ ਹੋਣਾ ਨਹੀਂ ਹੈ, ਇਹ ਲਾਪਰਵਾਹੀ ਹੈ। ਧਿਆਨ ਭੰਗ ਹੋਣਾ ਕਿਹਨੂੰ ਕਹਿੰਦੇ, ਅਸੀਂ ਥੋੜਾ ਇਹਨੂੰ ਵੱਖਰੇ ਤਰੀਕੇ ਨਾਲ ਸਮਝੀਏ। ਜਦੋਂ ਗੁਰਬਾਣੀ ਦੁਕਾਨ ਦੀ ਬਜਾਏ ਗੁਆਂਢੀ ਦੀ ਦੁਕਾਨ 'ਚ ਧਿਆਨ ਜਾ ਰਿਹਾ ਵੀ ਇਹਦੀ ਹੋ ਜਾਏ, ਇਹਦਾ ਕੰਮਕਾਰ ਠੱਪ ਹੋ ਜਾਏ, ਤੇ ਸਮਝ ਲਿਓ ਧਿਆਨ ਹੋ ਗਿਆ। ਜਦੋਂ ਗੁਰਬਾਣੀ ਪੜ੍ਹਦੇ ਆ, ਆਪਣੇ ਬੱਚਿਆਂ ਦੀ ਬਜਾਏ ਗੁਆਂਢੀ ਦੇ ਬੱਚਿਆਂ 'ਚ ਧਿਆਨ ਚਲਾ ਜਾਏ ਕਿ ਇਹਦੇ ਬੱਚੇ ਬਿਮਾਰ ਹੋ ਜਾਣ, ਇਹਦੇ ਬੱਚੇ ਫੇਲ ਹੋ ਜਾਣ, ਸਮਝ ਲਿਓ ਧਿਆਨ ਭੰਗ ਹੋ ਗਿਆ। ਗੁਰਬਾਣੀ ਕਰਦੇ ਜਦੋਂ ਕਰੀ ਜਾਣੀ ਆ, ਮੈਂ ਇੱਥੇ ਜਾਣਾ ਸੀ, ਮੈਂ ਉੱਥੇ ਜਾਣਾ ਸੀ, ਮੈਂ ਆਹ ਕਰਨਾ ਸੀ, ਇਹ ਲਾਪਰਵਾਹੀਆਂ ਨੇ। ਧਿਆਨ ਭੰਗ ਹੋਣਾ ਉਹਨੂੰ ਕਹਿੰਦੇ ਨੇ ਜਦੋਂ ਗੁਰਬਾਣੀ ਦਾ ਪਾਠ ਕਰਦੇ ਆ ਮਨ ਵਿਕਾਰਾਂ ਵਾਲੇ ਪਾਸੇ ਚਲਾ ਜਾਏ, ਗਲਤ ਖਿਆਲਾਂ ਵਾਸਤੇ ਪਾਸੇ ਚਲਾ ਜਾਏ, ਸਮਝ ਲਓ ਧਿਆਨ ਭੰਗ ਹੋ ਗਿਆ। ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ। ਧਿਆਨ ਭੰਗ ਹੋਣਾ ਵੱਖਰੀ ਚੀਜ਼ ਹੈ ਤੇ ਲਾਪਰਵਾਹੀ ਗੁਰਬਾਣੀ ਦਾ ਪਾਠ ਕਰਦਿਆਂ ਵੱਖਰੀ ਚੀਜ਼ ਹੈ। ਪਰ ਗੁਰਬਾਣੀ ਦਾ ਪਾਠ ਕਰਦਿਆਂ ਨਾ ਤੇ ਲਾਪਰਵਾਹੀ ਹੋਣੀ ਚਾਹੀਦੀ ਹੈ, ਨਾ ਹੀ ਧਿਆਨ ਭੰਗ ਹੋਣਾ ਚਾਹੀਦਾ ਹੈ। ਪੂਰਨ ਇਕਾਗਰਤਾ ਨਾਲ, ਇੱਕ ਸੁਰਤਾ ਦੇ ਨਾਲ ਗੁਰਬਾਣੀ ਦਾ ਪਾਠ ਕੀਤਾ ਜਾਣਾ ਚਾਹੀਦਾ ਜੀ। ਇਹ ਗਿਆਨੀ ਜੀ, ਜਿਸ ਤਰ੍ਹਾਂ ਤੁਸੀਂ ਬਹੁਤ ਤਰੀਕਿਆਂ ਨਾਲ ਦੱਸਿਆ, ਧੰਨਵਾਦ ਤੁਹਾਡਾ। ਔਰ ਬਹੁਤ ਵਾਰੀ ਆਪਾਂ ਬੈਠਿਆ ਕਈਆਂ ਨਾਲ ਗੱਲਬਾਤ ਹੁੰਦੀ ਹੈ ਕਿ ਸਾਡਾ ਮਨ ਨਹੀਂ ਟਿਕਦਾ, ਗੁਰਬਾਣੀ ਪੜ੍ਹਦਿਆਂ ਕੋਈ ਮਨ ਨਹੀਂ ਟਿਕਦਾ। ਇਹ ਕਾਰਨ ਕੀ ਨਾ ਮਨ ਟਿਕਣ ਦਾ? ਇਹ ਭੰਗ ਹੋਣ ਤਾਂ ਠੀਕ ਹੈ, ਹਾਂਜੀ ਜਿਸ ਤਰ੍ਹਾਂ ਤੁਸੀਂ ਦੱਸਿਆ। ਹਾਂਜੀ ਹਾਂਜੀ ਦੱਸੋ ਆਪ ਜੀ। ਹਾਂਜੀ, ਅਸਲ 'ਚ ਗੁਰਬਾਣੀ ਹਾਂਜੀ ਪੜ੍ਹਦਿਆਂ ਮਨ ਨਾ ਟਿਕਣ ਦੇ ਦੋ ਕਾਰਨ ਨੇ। ਹਾਂਜੀ ਇੱਕ ਕਾਰਨ ਹੈ ਵੀ ਮਨ ਤਕੜਾ ਬੜਾ ਹੈ, ਤੇ ਦੂਜਾ ਕਾਰਨ ਹੈ ਮਨ ਕਮਜ਼ੋਰ ਬੜਾ ਹੈ। ਇਹ ਦੋ ਕਾਰਨ ਨੇ। ਹੁਣ ਹੈਰਾਨੀ ਹਾਂਜੀ ਹੋਏਗੀ, ਹਾਂਜੀ ਤਕੜਾ ਵੀ ਤੇ ਕਮਜ਼ੋਰ ਵੀ ਹੈ। ਬਿਲਕੁਲ ਤਕੜਾ ਵੀ ਤੇ ਕਮਜ਼ੋਰ ਵੀ। ਤਕੜਾ ਇੰਨੇ ਕਿ 1 ਸੈਕਿੰਡ ਵਿੱਚ, 1 ਖਿਣ ਵਿੱਚ ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ, ਏਡੀ ਸਮਰੱਥਾ ਇਹਦੇ ਬਿਲਕੁਲ। ਕੋਲ। ਹਾਂਜੀ ਹਾਂਜੀ ਹੁਣੇ ਬੈਠਾ ਇਹ ਪਾਠ ਕਰ ਰਿਹਾ ਹੈ, ਜਪਜੀ ਸਾਹਿਬ ਦਾ, ਗੁਰਬਾਣੀ ਦਾ ਪਾਠ ਕਰ ਰਿਹਾ ਹੈ, ਤੇ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਇੱਕ ਪਲ ਇੰਡੀਆ ਚਲਾ ਗਿਆ, ਅਗਲੇ ਪਲ ਹਾਂ ਕੈਨੇਡਾ ਅਮਰੀਕਾ ਚਲਾ ਗਿਆ। ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਬਾਣੀ 'ਚ ਕਿਹਾ, ਪ੍ਰਮਾਣੂ ਪ੍ਰਜੰਤ ਅਗਸ਼ ਹੈ, ਦੀਪ ਲੋ ਸ਼ਿਖੰਡਣੇ ਗਾਛੇਣ ਨੈਣ ਪਰੇਣ। ਨੈਣ ਭਰੇਣ ਕਹਿੰਦੇ ਨੇ ਅੱਖ ਪਲਕ ਝਪਕਣ ਜਿਤਨੇ ਸਮੇਂ ਨੂੰ। ਅੱਖ ਪਲਕ ਝਪਕਦਿਆਂ ਇਹ ਖੰਡਾਂ ਬ੍ਰਹਮੰਡਾਂ ਦੀ ਯਾਤਰਾ ਕਰ ਆਉਂਦਾ ਹੈ। ਗਾਛੇਣ ਨੈਣ ਪਰੇਣ, ਨਾਨਕ ਬਿਨਾਂ ਸਾਧੂ ਨਾ ਸਿੱਧੇ ਤੇ, ਗੁਰੂ ਤੋਂ ਬਿਨਾਂ ਕਾਬੂ ਨਹੀਂ ਆਉਂਦਾ। ਤਕੜਾ ਇੰਨੇ 1 ਸੈਕਿੰਡ ਇੱਥੇ, ਅਗਲੇ ਸੈਕਿੰਡ ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ। ਇਸ ਕਰਕੇ ਇੱਕ ਖਿੰਨ ਦੇ ਵਿੱਚ, ਇਹ ਪਲਾਂ ਛਿਲਾਂ ਦੇ ਵਿੱਚ ਦੇਸਾਂ ਪ੍ਰਦੇਸਾਂ ਵਿੱਚ ਘੁੰਮ ਆਉਂਦਾ ਹੈ। ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਉਦੋਂ ਗੁਰਬਾਣੀ ਦਾ ਪਾਠ ਕਰਦੇ ਹਾਂ, ਇੱਕ ਖਿੰਨ ਉੱਤੋਂ ਗੁਰਬਾਣੀ ਦੀ ਤੁਕ ਪੜ ਰਿਹਾ ਹੁੰਦਾ ਹੈ, ਅਗਲੇ ਖਿੰਨ ਉਹ ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਨ ਚੱਲਦਾ ਹੈ। ਮੰਨੋ ਸਿੱਖ ਨੇ ਪਾਠ ਸ਼ੁਰੂ ਕੀਤਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪਾਠ ਕਰਦੇ ਆ, ਬਾਹਰ ਕੁੱਤਾ ਭੌਂਕਿਆ, ਅਗਲੇ ਸੈਕਿੰਡ ਕੁੱਤੇ ਦੇ ਨਾਲ ਚਲਾ ਗਿਆ। ਕੁੱਤੇ ਦੀ ਭੌਂਕਣ ਦੀ ਆਵਾਜ਼ ਸੁਣੀ, ਮਨ ਚੱਲ ਪਿਆ, ਔਰ ਮਨ ਸੋਚਣ ਲੱਗ ਗਿਆ ਵੀ ਗਵਾਂਢੀ ਦਾ ਕੁੱਤਾ ਬੜਾ ਸੋਹਣਾ ਹੈ, ਇਹ ਵਾਲਾ। ਉਸ ਕੁੱਤੇ ਨੂੰ ਯਾਦ ਦੇਖ ਕੇ ਗਵਾਂਢੀ ਦਾ ਕੁੱਤਾ ਯਾਦ ਆ ਗਿਆ ਕਿ ਗਵਾਂਢੀ ਨੇ ਜਰਮਨ ਸ਼ੈਫਰਡ ਕੁੱਤਾ ਰੱਖਿਆ, ਬੜਾ ਕੀਮਤੀ ਕੁੱਤਾ ਰੱਖਿਆ। ਹੁਣ ਉੱਥੋਂ ਉਹ ਸੋਚਦਾ ਵੀ ਕਿਉਂ ਨਾ ਰੱਖੇ, ਜੌਬ ਬੜੀ ਵਧੀਆ, ਅਮੀਰ ਬੰਦੇ ਨੇ, 에ਅਰਪੋਰਟ ਤੇ ਦੀ ਜੌਬ ਲੱਗੀ ਹੋਈ, ਪੈਸਾ ਆਉਂਦਾ ਵੈ, ਕਿਉਂ ਨਾ ਰੱਖੇ। ਹੁਣ ਇੱਕ ਅਗਲੇ ਖਿੰਨ ਉਹ ਕੁੱਤੇ ਤੋਂ 에ਅਰਪੋਰਟ ਤੇ ਉਹਦੀ ਜੌਬ ਤੇ ਪਹੁੰਚ ਗਿਆ। ਜੌਬ ਤੇ ਪਹੁੰਚਦਿਆਂ ਵੀ ਇੰਨਾ ਪੈਸਾ ਇਹਦੇ ਕੋਲ, ਇਹਦੇ ਤੇ ਘਰ ਦੀ ਨੂੰ ਵੀ ਕੰਮ ਨਹੀਂ ਕਰਨਾ ਪੈਂਦਾ, ਉਹ ਘਰੇ ਵਿਹਲੀ ਬੈਠੀ ਆ। ਹੁਣ ਉਹਦੀ ਘਰ ਦੀ ਤੇ ਪਹੁੰਚ ਗਿਆ, ਉੱਥੋਂ ਫਿਰ ਕਿਤੇ ਹੋਰ ਪਹੁੰਚ ਗਿਆ, ਉੱਥੋਂ ਕਿਤੇ ਇੰਡੀਆ ਚਲਾ ਗਿਆ, ਅਮਰੀਕਾ ਚਲਾ ਗਿਆ। ਇੱਕ ਕੁੱਤੇ ਦੇ ਭੌਂਕਣ ਤੋਂ ਹੀ ਮਨ ਚੱਲ ਪੈਂਦਾ ਹੈ, ਸਫ਼ਰ ਸ਼ੁਰੂ ਕਰ ਲੈਂਦਾ ਆਪਣਾ। ਤੇ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ, ਜਿਵੇਂ ਤੁਸੀਂ ਹੁਣੇ ਕਹਿ ਕੇ ਹਟੇ ਹੋ, ਜਦੋਂ ਆਂਦੀ ਹੈ ਨਾ ਤੁਕ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਉਦੋਂ ਜਾ ਖੁੱਲਦੀ ਹੈ। ਜਪਜੀ ਸਾਹਿਬ ਦਾ ਪਾਠ ਹੋ ਵੀ ਗਿਆ।
ਹਾਂਜੀ ਹਾਂਜੀ ਔਰ ਹੈਰਾਨੀ ਹੈ ਕਿ ਹਾਂਜੀ ਆਮ ਕੰਮ ਕਰਦਿਆਂ ਸਾਨੂੰ ਉਹਨੇ ਵਿਚਾਰ ਨਹੀਂ ਆਉਂਦੇ ਜਿੰਨੇ ਵਿਚਾਰ ਸਾਨੂੰ ਗੁਰਬਾਣੀ ਦਾ ਪਾਠ ਕਰਦਿਆਂ ਆਉਂਦੇ ਨੇ। ਔਰ ਗੁਰਬਾਣੀ ਦਾ ਪਾਠ ਕਰਦਿਆਂ ਉਹ ਵਿਚਾਰ ਆਉਂਦੇ ਨੇ ਜਿਹੜੇ ਕਦੀ ਅਸੀਂ ਦੁਨਿਆਵੀ ਕੰਮ ਕਰਦਿਆਂ ਸੋਚੇ ਵੀ ਨਹੀਂ ਹੁੰਦੇ। ਉਹ ਹਾਂਜੀ ਵਿਚਾਰ ਆ ਹਾਂਜੀ ਜਾਂਦੇ ਨੇ ਕਿ ਹੱਦ ਹੋ ਗਈ ਬਚਪਨ ਦੇ ਵਿਚਾਰ, ਸਕੂਲ ਦੇ ਵਿਚਾਰ। ਅਸਲ ਹਾਂਜੀ 'ਚ ਹਾਂਜੀ ਮਨ ਤਕੜਾ ਬੜਾ ਹੈ, ਪਲ ਦੇ ਵਿੱਚ, ਖਿਣਾਂ ਦੇ ਵਿੱਚ ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ। ਇਸ ਕਰਕੇ ਇਹ ਧਿਆਨ ਭੰਗ ਹੋ ਜਾਂਦਾ ਹੈ ਜਾਂ ਲਾਪਰਵਾਹੀ ਹੋ ਜਾਂਦੀ ਹੈ। ਦੂਜਾ ਕਾਰਨ ਹਾਂਜੀ ਦੂਜਾ ਕਾਰਨ ਇਹ ਹੈ ਕਿ ਮਨ ਕਮਜ਼ੋਰ ਬੜਾ ਹੈ। ਹੁਣ ਇਹ ਕੀ ਹਾਂਜੀ ਕਾਰਨ ਹੋਇਆ? ਇਹ ਕਾਰਨ ਇਹ ਹੈ ਕਿ ਮਨ ਇੰਨਾ ਕਮਜ਼ੋਰ ਹੈ, ਇਹ ਇੱਕ ਟਾਈਮ ਤੇ ਸਿਰਫ ਇੱਕ ਹੀ ਕੰਮ ਕਰ ਸਕਦਾ ਹੈ, ਦੋ ਕੰਮ ਇਕੱਠੇ ਨਹੀਂ ਕਰ ਸਕਦਾ। ਬਿਲਕੁਲ ਜਾਂ ਤੇ ਗੁਰਬਾਣੀ ਦਾ ਪਾਠ ਕਰੇਗਾ ਹਾਂਜੀ ਜਾਂ ਦੁਨੀਆ ਦੀਆਂ ਸੋਚਾਂ ਸੋਚੇਗਾ। ਦੋ ਕੰਮ ਇਕੱਠੇ ਨਹੀਂ ਹੋ ਸਕਦੇ, ਕਮਜ਼ੋਰ ਬੜਾ ਹੈ। ਜਾਂ ਤੇ ਉਹ ਗੁਰਬਾਣੀ ਨੂੰ ਸਮਝੇਗਾ, ਗੁਰੂ ਹੁਕਮ ਨੂੰ ਸਮਝੇਗਾ, ਤੇ ਜਾਂ ਫਿਰ ਦੁਨੀਆ ਦਾ ਚੱਕਰ ਲਗਾਏਗਾ। ਬਸ ਤਕੜਾ ਇੰਨੇ, ਇੱਕ ਪਲ ਇੱਥੇ, ਅਗਲੇ ਪਲ ਦੇਸਾਂ ਪ੍ਰਦੇਸਾਂ 'ਚ। ਕਮਜ਼ੋਰ ਇੰਨੇ ਵੀ ਇਹਦੇ ਕੋਲ ਸਮਰੱਥਾ ਬੜੀ ਥੋੜੀ ਹੈ, ਇੱਕ ਟਾਈਮ ਤੇ ਸਿਰਫ ਇੱਕ ਹੀ ਕੰਮ ਕਰ ਸਕਦਾ ਹੈ, ਦੋ ਕੰਮ ਇਕੱਠੇ ਕਰ ਹੀ ਨਹੀਂ ਸਕਦਾ। ਇਹੀ ਕਾਰਨ ਸਾਡਾ ਗੁਰਬਾਣੀ ਪੜ੍ਹਦਿਆਂ ਧਿਆਨ ਭੰਗ ਹੋ ਜਾਂਦਾ ਹੈ ਜਾਂ ਗੁਰਬਾਣੀ ਪੜ੍ਹਦਿਆਂ ਲਾਪਰਵਾਹੀ ਹੋ ਜਾਂਦੀ ਹੈ। ਬਹੁਤ ਬਹੁਤ ਵਧੀਆ ਗੱਲ ਅੰਮ੍ਰਿਤਪਾਲ ਸਿੰਘ ਜੀ। ਇਹ ਸਾਨੂੰ ਇਹਦਾ ਆਪਾਂ ਤੁਹਾਡੇ ਕੋਲ ਬਾਅਦ ਚ ਪੁੱਛਣਾ ਵੀ ਇਹਦਾ ਹੱਲ ਕੀ ਹੈ। ਸੰਗਤਾਂ ਜਿਹੜੀਆਂ ਪਾਠ ਕਰਦੀਆਂ ਉਹਨਾਂ ਨੂੰ ਸਿਰ ਝੁਕਦਾ, ਜਿਹੜੇ ਸਿੰਘ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪੰਜਾਂ ਬਾਣੀ ਨਿਤਨੇਮ ਉਪਰੰਤ ਆਸਾ ਕੀ ਵਾਰ ਜਾਂ ਸੁਖ ਸਾਹਿਬ ਜਾਂ ਹੋਰ ਬਾਣੀਆਂ ਪੜ੍ਹਦੇ ਨੇ, ਗੁਰੂ ਅੱਗੇ ਅਰਦਾਸ ਕਰਦੇ ਆ ਕਿ ਸਤਿਗੁਰੂ ਹੋਰ ਵੀ ਇਹਨਾਂ ਤੇ ਬਖਸ਼ਿਸ਼ ਕਰ। ਇਹ ਜਿਹੜੀ ਬਾਣੀ ਗੁਰਬਾਣੀ ਪੜ੍ਹਨੀ ਕੋਈ ਸੌਖੀ ਗੱਲ ਨਹੀਂ, ਆਖਣੇ ਔਖਾ, ਸੱਚਾ ਨਾਲ ਬੜਾ ਔਖਾ ਨਾਮ ਹੈ। ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਹ ਕਿਹਾ ਵੀ ਤੈ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕਿਆ ਦੀਜੈ, ਸੀਸ ਵੱਡੇ ਘਰ ਬੈਸਣ ਦੀਜੈ, ਵਿਣਸਰ ਸੇਵ ਕਰੀਜੈ। ਗੁਰੂ ਨਾਨਕ ਅਕਾਲ ਪੁਰਖ ਦੀ ਗੱਲ ਕਰਨ ਲੱਗਿਆ, ਉਹਦੀ ਬਾਤ ਸੁਣਾਉਣ ਲੱਗਿਆ, ਧੁਰਕੀ ਬਾਣੀ ਪੜ੍ਹ ਲਿਆ, ਕੀ ਦਿੱਤਾ ਕੀ ਜਾਏ? ਕਹਿੰਦਾ ਸੀਸ ਵੱਡੇ ਘਰ ਬੈਸਣ ਦੀਜੈ, ਵਿਣਸਰ ਸੇਵ ਕਰੀਜੈ। ਐਸਾ ਇੱਕ ਗੁਰਬਖਸ਼ ਹੰਸਰਾਜ ਦੇ ਵਿੱਚ ਕਹਿੰਦੇ ਇਹ ਵੀ ਕਰ ਦਿੱਤੀ, ਉਹ ਵੀ ਥੋੜਾ ਹੈ। ਜਿਹੜੀਆਂ ਸੰਗਤਾਂ ਬਾਣੀ ਪੜ੍ਹਦੀਆਂ ਉਹਨਾਂ ਨੂੰ ਸਿਰ ਝੁਕਦਾ, ਜਿਹੜੇ ਨਹੀਂ ਪੜ੍ਹਦੇ ਨਾ ਉਹ ਵੀ ਗੁਰੂ ਨਾਨਕ ਪਾਤਸ਼ਾਹ ਦੇ ਬੜੇ ਔਖੇ ਬਚਨ ਨੇ ਸੁਣਨੇ। ਪ੍ਰਭਾਤੀ ਰਾਗ ਦੇ ਆਗਣ ਬਿੰਬ ਪਵਣੇ ਕੀ ਬਾਣੀ ਤੀਨ ਨਾਮ ਕੇ ਦਾਸਾ, ਚੋਰ ਕਿਆ ਮਾਲਕ ਨੇ ਬੜਾ ਵੱਡਾ, ਤੇ ਤਸਕਰ ਜੋ ਨਾਮ ਨਾ ਲੈਵੇ ਵਾਸੇ ਕੋਟ 85, ਜੇ ਕੋ ਏਕ ਕਰੇ ਚੰਗਿਆਈ ਮਨ ਚ ਤੇ ਬਹੁਤ ਵਫਾਵਾ, ਇੱਥੇ ਗੁਣ ਇਤੀਆਂ ਚੰਗਿਆਈਆਂ ਦੇਣਾ ਪਛੋਤਾਵੇ। ਤੁਧ ਧਿਆਨ ਤਿੰਨ ਤਨ ਪੱਲੇ, ਤੁਧ ਸਲਾਨ ਤਿੰਨ ਤਨ ਪੱਲੇ, ਨਾਨਕ ਕਾ ਤਨ ਤੋਈ, ਨਾਨਕ ਕਾ ਤਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬਣਾ ਹੋਈ। ਗੁਰੂ ਨਾਨਕ ਪਾਤਸ਼ਾਹ ਨੇ ਦੇਖ ਲਓ ਕਿੰਨੇ ਬਚਨ ਉਚਾਰਨ ਕੀਤੇ ਨੇ। ਪਹਿਲਾਂ ਜਿਹੜੇ ਨਾਮ ਨਹੀਂ ਜਪਦੇ ਰਹੇ ਉਹਨਾਂ ਦੀ ਗੱਲ ਕੀਤੀ, ਜਿਹੜਾ ਇੱਕ ਚੰਗਿਆਈ ਕਰਦਾ ਉਹ ਆਪਣਾ ਬੜਾ ਦੱਸਿਆ ਕਿ ਮੈਂ ਉਹ ਚੰਗਾ ਕੰਮ ਕੀਤਾ, ਚੰਗਾ ਕੰਮ ਕੀਤਾ। ਪਰ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਜੋ ਕਾਲਪ ਕਿੰਨੀਆਂ ਵਡਿਆਈਆਂ ਇੰਨੇ ਗੁਣ ਦਿੱਤਾ ਉਹ ਜਤਾਉਂਦਾ ਨਹੀਂ ਪਿਆ, ਤੇ ਜੇ ਕੋਈ ਬਾਣੀ ਪੜ੍ਹਨਾ ਜੀ ਕਰਦਾ ਕਹਿੰਦੇ ਫੇਰ ਵੀ ਮਰਾ ਬੁਣਾ ਦਾ ਭਲਾ ਕਰ ਦਿੰਦਾ। ਜਮ ਕੀ ਤਲਬਣਾ ਹੋਈ। ਔਰ ਮੈਂ ਸੰਗਤ ਜੀ ਤੁਹਾਨੂੰ ਇੱਕ ਦੱਸਦਾ ਜਾ ਕਿ ਸਿੱਖ ਚੈਨਲ ਦੀ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ, ਜੋ 11ਵਾਂ ਸਾਲ ਤਕਰੀਬਨ ਪੂਰਾ ਚੱਲਿਆ। ਸਤਿਗੁਰੂ ਦੀ ਰਹਿਮਤਾਂ ਸਦਕਾ ਸੰਗਤਾਂ ਦੇ ਸਹਿਯੋਗ ਦੇ ਨਾਲ ਮੈਂ ਸੰਗਤਾਂ ਨੂੰ ਫੇਰ ਅਪੀਲ ਕਰਾਂਗਾ ਆਪਾਂ ਸਿੱਖ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰੀਏ। ਜੋ ਅੱਜ ਬਾਬਾ ਮੱਖਣ ਸ਼ਾਹ ਲਬਾਣਾ ਮੈਮੋਰੀਅਲ ਸੁਸਾਇਟੀ ਵਿਆਨਾ ਤੋਂ ਸੰਤ ਬਾਬਾ ਪ੍ਰੇਮ ਸਿੰਘ ਸਲਾਣਾ ਬਰਸੀ ਮਨਾਈ ਜਾ ਰਹੀ ਹੈ। ਅੱਜ ਜੋ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ, ਅੱਜ ਭੋਗ ਪੈ ਰਹੇ ਹਨ। ਅੱਜ ਸਾਡੇ ਸਿੱਖ ਚੈਨਲ ਨੇ ਲਾਈਵ ਪ੍ਰੋਗਰਾਮ ਉੱਥੋਂ ਕਰਨਾ। ਸੰਗਤਾਂ ਨੂੰ ਬੇਨਤੀ ਹੈ ਕਿ ਘਰ ਬੈਠਿਆਂ ਨੇ ਵੀ ਜ਼ਰੂਰ ਵੇਖਣਾ, ਜਿਹੜੇ ਉੱਥੇ ਜਾ ਨਹੀਂ ਸਕਦੇ ਤੇ ਜਿਹੜੇ ਉੱਥੇ ਲਾਗੇ ਤੇ ਰਹਿਣ ਵਾਲੇ ਨੇ ਅਸਟਰੀਆ ਦੇ ਬਿਆਨਾਂ ਦੇ, ਉਹਨਾਂ ਨੂੰ ਬੇਨਤੀ ਕਿ ਹਮਮ ਆ ਕੇ ਪਹੁੰਚੋ। ਗੁਰੂ ਦੀਆਂ ਖੁਸ਼ੀਆਂ ਲਈਏ, ਸਤਿਗੁਰਾਂ ਨੂੰ ਯਾਦ ਕਰੀਏ, ਉਹ ਰੱਬ ਦੇ ਪਿਆਰਾਂ ਨੂੰ ਯਾਦ ਕਰੀਏ, ਮਹਾਂਪੁਰਸ਼ਾਂ ਬ੍ਰਹਮ ਗਿਆਨੀ ਨੂੰ ਜਿਹਨਾਂ ਆਪ ਤਰੇ ਸਗਲੇ ਕੋਲ ਤਾਰੇ, ਆਪਾਂ ਉਹਨਾਂ ਨੂੰ ਬਹਿ ਕੇ ਯਾਦ ਕਰੀਏ। ਇਹ ਸਿੱਖ ਚੈਨਲ ਨੇ ਅੱਜ ਤਕਰੀਬਨ 12 ਤੋਂ ਲੱਗ ਕੇ 2 ਵਜੇ ਤੱਕ ਲਾਈਵ ਕਰਨਗੇ। ਔਰ ਮੈਂ ਅੰਮ੍ਰਿਤਪਾਲ ਸਿੰਘ ਨੂੰ ਬੇਨਤੀ ਕਰਾਂਗਾ, ਤੁਸੀਂ ਇਹ ਦੱਸੋ ਕਿ ਇਹਦਾ ਜਿਹੜਾ ਧਿਆਨ ਉਧਰ ਚਲੇ ਜਾਂਦਾ ਬਾਣੀ ਪੜ੍ਹਦਿਆਂ, ਇਹਦਾ ਹੱਲ ਕੀ ਹੈ? ਇਹਦਾ ਕੋਈ ਹੱਲ ਤੇ ਹੋਏਗਾ, ਹੱਲ ਦੱਸੋ ਆਪਾਂ ਸੰਗਤਾਂ ਜੋ ਬਾਣੀ ਪੜ੍ਹਨ ਦਾ ਲਾਹਾ ਲੈ ਸਕਣ ਜੀ। ਹਾਂਜੀ ਅੰਮ੍ਰਿਤਪਾਲ ਸਿੰਘ ਜੀ। ਹਾਂਜੀ ਸਰਦਾਰ ਜਸਵਿੰਦਰ ਸਿੰਘ ਜੀ, ਇਹਦਾ ਹੱਲ ਗੁਰਮੁਖ ਪਿਆਰਿਓ ਬਹੁਤ ਆਸਾਨ ਹੈਗਾ। ਹਾਂਜੀ ਅਸੀਂ ਮਨ ਦੀ ਕਮਜ਼ੋਰੀ ਦਾ ਫਾਇਦਾ ਉਠਾਉਣਾ ਵੈ। ਹਾਂਜੀ ਮਨ ਦੀ ਕਮਜ਼ੋਰੀ ਇਹ ਹੈ ਵੀ ਉਹ ਇੱਕ ਟਾਈਮ ਤੇ ਇੱਕੋ ਕੰਮ ਕਰ ਸਕਦਾ ਹੈ, ਬਿਲਕੁਲ ਤੇ ਕਿਉਂ ਨਾ ਉਹਨੂੰ ਉਸ ਕੰਮ ਲਈ ਬਿਜ਼ੀ ਕਰ ਦਿੱਤਾ ਜਾਏ, ਇੰਨਾ ਬਿਜ਼ੀ ਕਰ ਦਿੱਤਾ ਜਾਏ ਕਿ ਉਹ ਇੱਕ ਟਾਈਮ ਤੇ ਦੂਜਾ ਕੰਮ ਕਰ ਹੀ ਨਾ ਸਕੇ। ਕਿਵੇਂ? ਜਿਹੜੀ ਵੀ ਅਸੀਂ ਗੁਰਬਾਣੀ ਦੀ ਤੁਕ ਪੜ੍ਹ ਰਹੇ ਹਾਂ, ਅਸੀਂ ਹਾਂ ਉਹਨੂੰ ਅਰਥਾਂ ਸਮੇਤ ਪੜ੍ਹਨਾ ਸ਼ੁਰੂ ਕਰ ਦਈਏ ਕਿ ਗੁਰਬਾਣੀ ਮੈਨੂੰ ਕਹਿ ਕੀ ਰਹੀ ਹੈ। ਪੁਰਾਣੇ ਜ਼ਮਾਨੇ 'ਚ ਕੀ ਸੀ? ਗੁਰੂ ਨਾਨਕ ਪਾਤਸ਼ਾਹ ਦੇ ਜ਼ਮਾਨੇ ਜਿਹੜੇ ਸਿੱਖ ਨੇ
ਉਹਨਾਂ ਦੀ ਬੋਲੀ ਗੁਰੂ ਨਾਨਕ ਪਾਤਸ਼ਾਹ ਵਾਲੀ ਹੀ ਹੈ। ਜੋ ਗੁਰੂ ਨਾਨਕ ਪਾਤਸ਼ਾਹ ਗੁਰਬਾਣੀ ਉਚਾਰ ਰਹੇ ਨੇ ਉਹਨਾਂ ਨੂੰ ਆਰਾਮ ਨਾਲ ਸਹਿਜੇ ਸਮਝ ਆ ਰਹੀ ਹੈ, ਤੇ ਇਸ ਕਰਕੇ ਉਹ ਇੱਕਮਿਕ ਹੋ ਰਹੇ ਨੇ। ਹਾਂਜੀ ਪਰ ਅੱਜ 500 ਸਾਲ ਹੋ ਗਏ, ਸਾਡੀ ਬੋਲੀ ਬਦਲ ਗਈ ਸਮੇਂ ਦੇ ਨਾਲ। ਅੱਜ ਸਾਨੂੰ 500 ਸਾਲ ਗੁਰੂ ਨਾਨਕ ਸਾਹਿਬ ਜੀ ਦੀ ਬੋਲੀ ਸਮਝ ਨਹੀਂ ਆ ਰਹੀ। ਉਦੋਂ ਕੀ ਹੁੰਦਾ ਹੈ, ਅਸੀਂ ਇੱਕ ਫੋਰਨ ਲੈਂਗੁਏਜ ਦੀ ਤਰ੍ਹਾਂ, ਇੱਕ ਵਿਦੇਸ਼ੀ ਭਾਸ਼ਾ ਦੀ ਤਰ੍ਹਾਂ ਗੁਰਬਾਣੀ ਹਾਂਜੀ ਪੜ੍ਹਦੇ ਹਾਂ, ਤੇ ਪੜ੍ਹ ਕੇ ਅਸੀਂ ਇੱਕ ਕਿਸਮ ਦੀ ਰਸਮ ਪੂਰੀ ਕਰ ਲੈਂਦੇ ਹਾਂ ਕਿ ਅਸੀਂ ਪਾਠ ਕਰ ਲਿਆ। ਹਾਂਜੀ ਪਰ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕੀ ਪੜ੍ਹਿਆ। ਜਿਹਨੂੰ ਸਤਿਕਾਰਯੋਗ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਹਾਂਜੀ ਕਿ ਹਰ ਹਰ ਨਿਤ ਕਰੈ ਰਸਨਾ, ਕਹਿਆ ਕਿਛੂ ਨਾ ਕਸ਼ ਜਾਣੀ। ਹਾਂਜੀ ਰਸਨਾ ਕਹਿੰਦੀ ਹੈ, ਪਰ ਕੀ ਹਾਂਜੀ ਕਹਿ ਰਹੇ ਆ ਅਸੀਂ ਜਾਣਦੇ ਨਹੀਂ ਆ, ਬਸ ਜਾਣਦੇ ਕਹਿ ਰਹੇ ਆ ਅਸੀਂ। ਹਾਂਜੀ ਹਾਂਜੀ ਕਿਉਂ? ਕਿਉਂਕਿ ਸਾਨੂੰ ਬੋਲੀ ਸਮਝ ਨਹੀਂ ਆ ਰਹੀ। ਹਾਂਜੀ ਫਿਰ ਅੱਜ ਕੀ ਹੈ ਸਾਡੇ ਕੋਲ ਹੱਲ ਹੈਗੇ? ਅੱਜ ਸਾਡੇ ਕੋਲ ਗੁਰਬਾਣੀ ਦੀਆਂ ਸਟੀਕਾਂ ਨੇ, ਅਰਥਾਂ ਵਾਲੀਆਂ ਹਾਂ ਪੋਥੀਆਂ ਨੇ, ਸਾਡੇ ਕੋਲ ਬਹੁਤ ਕੁਝ ਹੈਗਾ। ਜਿਹੜੀ ਵੀ ਅਸੀਂ ਪਾਠ ਕਰਨਾ ਹੈ, ਅਸੀਂ ਉਹਦੀ ਸਟੀਕ ਖੋਲ ਲਈਏ, ਪੋਥੀ ਖੋਲ ਲਈਏ। ਜੇ ਅੱਜ ਲੋਕਡਾਊਨ ਕਰਕੇ ਘਰਾਂ 'ਚ ਪੋਥੀਆਂ ਨਹੀਂ ਹੈਗੀਆਂ, ਤੇ ਅਸੀਂ ਹਾਂਜੀ ਮੋਬਾਈਲ ਤੋਂ, ਕੰਪਿਊਟਰ ਤੋਂ, ਇੰਟਰਨੈਟ ਤੋਂ ਗੁਰਬਾਣੀ ਅਰਥਾਂ ਸਮੇਤ ਖੋਲ ਕੇ ਪੜ੍ਹ ਸਕਦੇ ਹਾਂ। ਹਾਂਜੀ ਜਿਹੜੀ ਵੀ ਤੁਕ ਪੜ੍ਹ ਰਹੇ ਆ, ਨਾਲ ਉਹਦੇ ਥੱਲੇ ਅਰਥ ਪੜ੍ਹ ਲਈਏ ਵੀ ਇਹ ਤੁਕ ਦਾ ਮਤਲਬ ਕੀ ਹੈ, ਤੇ ਹਾਂਜੀ ਗੁਰਬਾਣੀ ਦੀ ਤੁਕ ਮੈਨੂੰ ਕਹਿ ਕੀ ਰਹੀ ਹੈ। ਜਦੋਂ ਹਾਂਜੀ ਅਸੀਂ ਗੁਰਬਾਣੀ ਅਰਥਾਂ ਸਮੇਤ ਪੜ੍ਹਨਾ ਸ਼ੁਰੂ ਕਰ ਦਿਆਂਗੇ, ਤੇ ਮਨ ਜਿਹੜਾ ਅਰਥਾਂ 'ਚ ਬਿਜ਼ੀ ਹੋ ਜਾਏਗਾ ਵੀ ਮੇਰਾ ਗੁਰੂ ਮੈਨੂੰ ਬਿਲਕੁਲ ਹੁਕਮ ਕਰ ਰਿਹਾ ਹੈ। ਮੈਂ ਹਾਂਜੀ ਪੜ੍ਹ ਹਾਂਜੀ ਤੇ ਰਿਹਾ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮੈਨੂੰ ਪਤਾ ਨਹੀਂ ਮੈਂ ਕੀ ਪੜ੍ਹ ਰਿਹਾ। ਮੈਂ ਪੜ੍ਹ ਹਾਂਜੀ ਰਿਹਾ ਸਵਸਥ ਆਥ ਬਾਣੀ ਬਰਮਾਓ ਸਭ ਸੁਹਾਣ ਸਦਾ ਮਨ ਚਾਓ। ਮੈਨੂੰ ਇਹ ਨਹੀਂ ਪਤਾ ਸਵਸਥ ਕਿਹਨੂੰ ਕਹਿੰਦੇ ਨੇ, ਆਥ ਕਿਹਨੂੰ ਕਹਿੰਦੇ ਨੇ, ਬਾਣੀ ਦਾ ਅਰਥ ਕੀ ਹੈ, ਬਰਮਾਓ ਦਾ ਅਰਥ ਕੀ ਹੈ, ਬਾਣੀ ਬਰਮਾਓ ਇਕੱਠਾ ਪੜ੍ਹਨਾ ਹੈ ਕਿ ਅਲੱਗ-ਅਲੱਗ ਪੜ੍ਹਨਾ ਹੈ, ਮੈਨੂੰ ਨਹੀਂ ਪਤਾ। ਮੈਂ ਪੜ੍ਹ ਤੇ ਰਿਹਾ ਕੀਤੀ ਦਾਤ ਜਾਣੇ ਕੌਣ ਕੂਤ। ਹੁਣ ਇਹ ਭਲਾ ਕੂਤ ਕੌਣ ਹੋਇਆ? ਪਤਾ ਨਹੀਂ। ਭੁਗਤ ਗਿਆਨ ਦਿਆ ਭੰਡਾਰ, ਭੁਗਤ ਕਿਹਨੂੰ ਕਹਿੰਦੇ ਨੇ? ਪਤਾ ਨਹੀਂ। ਹੁਣ ਜਦੋਂ ਮੈਂ ਨਾਲ ਨਾਲ ਥੱਲੇ ਦੇਖ ਕੇ ਅਰਥ ਪੜਾਂਗਾ ਵੀ ਵਾਹ ਵਾਹ ਇਹਦਾ ਅਰਥ ਗੁਰਾ ਮੈਨੇ, ਹੇ ਗੁਰੂ ਹਾਂਜੀ ਜੀ, ਮੈਨੂੰ ਰੁਕਣਾ ਹਾਂਜੀ ਪੈਣਾ ਇੱਥੇ। ਇੱਕ ਦੇ ਬੁਝਾਈ, ਬੁਝਾਈ ਦਾ ਹਾਂਜੀ ਜੀ ਕੀ ਅਰਥ ਹੈ? ਫਿਰ ਮੈਂ ਦੇਖਾਂਗਾ ਬੁਝਾਈ ਦਾ ਅਰਥ ਹੈ ਸਮਝ, ਹਾਂਜੀ ਅਕਲ। ਮੈਂ ਹਾਂਜੀ ਅਕਸਰ ਕਹਿੰਦਾ ਹੁੰਨਾ ਕਿ ਜਿਵੇਂ ਬੱਚੇ ਸਕੂਲ ਜਾਂਦੇ ਨੇ, ਉਹ ਨੋਟਬੁੱਕ ਲਾਉਂਦੇ ਨੇ, ਜਦੋਂ ਅਸੀਂ ਹਾਂਜੀ ਗੁਰਦੁਆਰੇ ਆਈਏ ਸਾਡੇ ਕੋਲ ਨੋਟਬੁੱਕ ਹੋਵੇ ਕੁਝ ਸਿੱਖਣ ਹਾਂਜੀ ਹਾਂਜੀ ਵਾਸਤੇ। ਵੈਰੀ ਗੁੱਡ ਜਦੋਂ ਅਸੀਂ ਇਹਨਾਂ ਦੇਸ਼ਾਂ 'ਚ ਇੰਗਲਿਸ਼ ਸਿੱਖਦੇ ਹਾਂ, ਅਸੀਂ ਇੱਕ ਡਾਇਰੀ ਲਗਾ ਲੈਂਦੇ ਹਾਂ, ਇੰਗਲਿਸ਼ ਦੇ ਔਖੇ ਵਰਡ ਲਿਖ ਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਫ੍ਰੈਂਚ ਹਾਂਜੀ ਸਿੱਖਣੀ ਹੈ, ਅਸੀਂ ਫ੍ਰੈਂਚ ਦੇ ਜਿਹੜੇ ਔਖੇ ਵਰਡਸ ਨੇ ਅਸੀਂ ਉਹ ਲਿਖ ਕੇ ਯਾਦ ਕਰਦੇ ਹਾਂ। ਇਸੇ ਤਰ੍ਹਾਂ ਜਿਹਨੇ ਗੁਰੂ ਦੀ ਬੋਲੀ ਸਿੱਖਣੀ ਹੈ, ਉਹਨੂੰ ਗੁਰੂ ਦੀ ਬੋਲੀ ਦੇ ਵੀ ਜਿਹੜੇ ਸ਼ਬਦ ਨੇ ਆਪਣੀ ਡਾਇਰੀ ਤੇ ਲਿਖ ਲੈਣੇ ਚਾਹੀਦੇ ਨੇ। ਬੁਝਾਈ, ਬਿਲਕੁਲ ਬੁਝਾਈ ਦਾ ਮਤਲਬ ਸਮਝ, ਅਕਲ, ਗਿਆਨ, ਮਤ। ਗੁਰਾ ਇੱਕ ਦੇ ਬੁਝਾਈ, ਮੈਨੂੰ ਇੱਕ ਸਮਝ ਦਿਓ। ਹਾਂਜੀ ਸਭਨਾ ਜੀਆਂ ਕਾ ਇੱਕ ਦਾਤਾ, ਜਿਹੜਾ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਪ੍ਰਭੂ ਹੈ, ਸੋ ਮੈਂ ਵਿਸਰ ਨਾ ਜਾਈ, ਉਹ ਪ੍ਰਭੂ ਮੈਨੂੰ ਭੁੱਲ ਨਾ ਜਾਏ। ਹੁਣ ਜਦੋਂ ਮੈਂ ਅਰਥਾਂ ਸਮੇਤ ਪੜਾਂਗਾ, ਉਦੋਂ ਮਨ ਅਰਥਾਂ 'ਚ, ਬਾਣੀ 'ਚ ਬਿਜ਼ੀ ਹੋ ਜਾਏਗਾ। ਕਮਜ਼ੋਰ ਇਹਨੇ ਇੱਕ ਟਾਈਮ ਤੇ ਇੱਕੋ ਕੰਮ ਕਰੇਗਾ, ਦੂਜੇ ਕੰਮ ਦਾ ਉਹਦੇ ਕੋਲ ਸਮਾਂ ਹੀ ਨਹੀਂ ਹੋਏਗਾ। ਇਹਦੇ ਦੋ ਫਾਇਦੇ ਹੋਣਗੇ ਜਦੋਂ ਅਸੀਂ ਹਾਂਜੀ ਗੁਰਬਾਣੀ ਅਰਥਾਂ ਸਮੇਤ ਪੜਾਂਗੇ। ਇੱਕ ਫਾਇਦਾ ਤੇ ਹੋਏਗਾ, ਸਾਡਾ ਮਨ ਗੁਰਬਾਣੀ 'ਚ ਬਿਜ਼ੀ ਹੋ ਜਾਏਗਾ, ਜੁੜ ਜਾਏਗਾ, ਲੱਗ ਜਾਏਗਾ। ਦੂਜਾ ਫਾਇਦਾ ਇਹ ਹਾਂਜੀ ਹੋਏਗਾ, ਸਾਨੂੰ ਗੁਰੂ ਦਾ ਗਿਆਨ ਸਮਝ ਆਏਗਾ, ਮੇਰਾ ਗੁਰੂ ਮੈਨੂੰ ਹੁਕਮ ਕੀ ਕਰ ਰਿਹਾ ਹੈ, ਤੇ ਉਹ ਸਿੱਖ ਗਿਆਨਵਾਨ ਹੋ ਜਾਏਗਾ। ਬਿਲਕੁਲ ਬਿਲਕੁਲ। ਇਹ ਗਿਆਨ ਜੀ, ਮੈਂ ਕਹਿੰਦਾ ਕਿਆ ਬਾਤ ਹੈ, ਗੁਰੂ ਸਾਹਿਬ ਦੀ ਬੜੀ ਕਿਰਪਾ ਹੈ। ਮੈਂ ਕਹਿੰਦਾ ਸਾਡੇ ਚੈਨਲ ਨੇ, ਸਿੱਖ ਚੈਨਲ ਨੇ, ਸੰਗਤਾਂ ਦੇ ਸਿੱਖ ਚੈਨਲ ਨੇ ਬੜੀਆਂ ਮੌਜਾਂ ਬਣਾਏ। ਘਰ ਬੈਠੇ ਤੁਹਾਡੇ ਵਰਗੇ ਰਵਾਨਾ ਦਰਸ਼ਨ ਕਰ ਰਿਹਾ ਕਿ ਜੋ ਅਨਮੋਲਕ ਬਚਨ ਨੇ, ਗੁਰੂ ਸਾਹਿਬ ਕਿਰਪਾ ਕਰੇ। ਔਰ ਸੰਗਤ ਜੀ, ਕਈਆਂ ਨਾਲ ਵਿਚਾਰਾਂ ਨਾਲ ਗੱਲ ਹੁੰਦੀ ਹੈ, ਕਿ ਵੀਰਾਂ ਨਾਲ ਗੱਲ ਹੁੰਦੀ ਕਿ ਜੀ ਬਾਣੀ ਪੜ੍ਹਨੀ ਬੜੀ ਔਖੀ ਹੈ। ਇਹ ਗੱਲ ਨਹੀਂ। ਆਪਾਂ ਕੋਈ ਵੀ ਕੰਮ ਕਿਸੇ ਕੰਪਨੀ 'ਚ ਕਰਨੇ ਆ, ਉਹ ਵੀ ਤਾਂ ਸਿੱਖ ਲੈਂਦੇ ਆ ਨਾ, ਅਕਸਰ ਸਿੱਖਿਆ ਹੀ ਹੁੰਦਾ। ਤੇ ਗੁਰਬਾਣੀ ਕਿਹੜੀ ਔਖੀ? ਕਿਉਂ ਇਹ ਵੀ ਸਿਰਫ ਆਪਾਂ ਤਾਂ ਕੀ ਕਹਿੰਦੇ ਆ ਕਿ ਇਹਨੂੰ ਕੋਈ ਪੁੱਛਣ ਵਾਲਾ ਨਹੀਂ। ਉਹਨੂੰ ਪੁੱਛਣ ਵਾਲਾ ਹੈ ਵੀ ਭਾਈ ਸਾਹਿਬ ਤੂੰ ਰੌਂਗ ਕੰਮ ਕੀਤਾ, ਗਲਤ ਕੀਤਾ, ਕਿਉਂ ਕੀਤਾ, ਕਾਰਨ। ਪਰ ਇਹ ਸਾਡਾ ਮਤਲਬ ਕਿ ਅਸੀਂ ਸੋਚਦੇ ਹਾਂ ਕਿ ਫਾਲਤੂ ਜਿਹਾ ਕੰਮ। ਪਰ ਸੰਗਤ ਜੀ, ਇਹ ਫਾਲਤੂ ਕੰਮ ਨਹੀਂ, ਇਹ ਦਰਗਾਹ ਕੰਮ। ਰੇ ਰਿਹਾ ਦਰਗਾਹ, ਕਹੇ ਨਾ ਕਹੂ ਆਓ ਬੈਠ, ਆਦਰ ਸਭ ਦਿਓ। ਉੱਥੇ ਆਦਰ ਕਰਨਗੇ ਜੀ, ਆਦਰ ਕਰਨਗੇ। ਆਏ ਨੇ ਬਾਣੀ ਪੜ੍ਹਨ ਵਾਲਾ, ਮੈਂ ਸਿੱਖ ਆਇਆ। ਜੇ ਨਹੀਂ ਪੜ੍ਹਿਆ ਤੇ ਜੰਮਾ ਦੀ ਬਿਮਾਰੀ ਪੈਂਦੀ, ਜਮਾ ਦੀ ਮਾਰ। ਗੁਰਸਿੱਖੀ ਬਾਰੀਕ ਹੈ, ਖੰਡੇ ਤਾਰ ਗਲੀ ਅਤ ਪੀੜੀ, ਉੱਥੇ ਨਾ ਟੇਕਿਆ ਭੁਣਹਣਾ, ਚੱਲ ਸਕੇ ਨਾ ਉੱਪਰ ਕੀੜੀ। ਭਾਈ ਗੁਰਦਾਸ ਜੀ ਕਹਿੰਦੇ ਆਪਾਂ ਜ਼ਰੂਰ ਬਰੀਕ ਜ਼ਰੂਰ ਹੈ, ਪਰ ਗੁਰਬਾਣੀ ਨਹੀਂ ਸਾਡਾ ਆਧਾਰ ਕਰਨਾ। ਆਪਾਂ ਵੱਧ ਤੋਂ ਵੱਧ ਬਾਣੀ ਪੜ੍ਹੀਏ, ਬਾਣੀ ਪੜਾਂਗੇ ਤਾਂ ਸਾਡਾ ਪ੍ਰੇਮ ਬਣੇਗਾ। ਮੈਂ ਅੰਮ੍ਰਿਤਪਾਲ ਸਿੰਘ ਨੂੰ ਬੇਨਤੀ ਕਰਾਂਗਾ, ਗੁਰਬਾਣੀ ਨਾਲ ਪ੍ਰੇਮ ਗਿਆਨੀ ਜੀ ਕਿਸ ਤਰ੍ਹਾਂ ਸਾਡਾ ਬਣ ਸਕਦਾ ਹੈ? ਇਹ ਸੰਗਤਾਂ ਜ਼ਰੂਰ ਦੱਸੋ ਕਿ ਗੁਰਬਾਣੀ ਪੜ੍ਹੀਏ ਤੇ ਕਿੱਦਾਂ ਸਾਡਾ ਪ੍ਰੇਮ ਬਣੇ, ਕਿੱਦਾਂ ਸਾਡੀ ਸ਼ਰਧਾ ਬਣੇ, ਕਿੱਦਾਂ ਵਿਸ਼ਵਾਸ ਬਣੇ। ਗਿਆਨੀ ਜੀ ਦੱਸਣਾ ਜੀ।
ਹਾਂਜੀ, ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ, ਇਹ ਬਹੁਤ ਵਧੀਆ ਤੁਹਾਡਾ ਸਵਾਲ ਹੈ ਵੀ ਸਾਡਾ ਗੁਰਬਾਣੀ ਨਾਲ ਪ੍ਰੇਮ ਕਿਵੇਂ ਬਣੇ। ਹਾਂਜੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਜਾਂ ਅਸੀਂ ਕਿਸੇ ਨਾਲ ਗੱਲ ਕਰੀਏ, ਉਹ ਸਾਡੀ ਗੱਲ ਵੱਲ ਧਿਆਨ ਨਾ ਦੇਏ, ਉਹ ਹਾਂਜੀ ਆਪਣੇ ਕੰਮਾਂ 'ਚ ਬਿਜ਼ੀ ਰਵੇ, ਆਪਣੀ ਗੱਲਾਂ 'ਚ, ਅਸੀਂ ਖਿੱਚ ਜਾਂਦੇ ਹਾਂ ਵੀ ਤੂੰ ਮੇਰੀ ਗੱਲ ਕਿਉਂ ਨਹੀਂ ਸੁਣਦਾ, ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ, ਤੂੰ ਸੁਣਦਾ ਕਿਉਂ ਬਿਲਕੁਲ। ਨਹੀਂ ਪਿਆ। ਹਾਂਜੀ ਹਾਂਜੀ ਅਸੀਂ ਖਿੱਚ ਜਾਂਦੇ ਹਾਂ ਵੀ ਮੈਂ ਕੋਈ ਗੱਲ ਕਹਿ ਰਿਹਾ, ਮੈਨੂੰ ਜਵਾਬ ਨਹੀਂ ਮਿਲ ਰਿਹਾ, ਤੂੰ ਆਪਣੇ ਕੰਮ 'ਚ ਬਿਜ਼ੀ ਹੈਗਾ। ਸਾਡੀ ਦੁਨਿਆਵੀ ਹਾਲਤ ਹੈ, ਅਸੀਂ ਖਿੱਚ ਜਾਂਦੇ ਹਾਂ। ਹਾਂਜੀ ਹਾਂਜੀ ਪਰ ਮੈਨੂੰ ਕਈ ਵਾਰੀ ਬਹੁਤ ਅਫਸੋਸ ਹੁੰਦਾ ਵੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਚੱਲ ਰਿਹਾ ਹੁੰਦਾ ਹੈ ਤੇ ਅਸੀਂ ਹਾਂ ਆਪਸ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਹੁੰਦੇ ਆ। ਗੁਰੂ ਸਾਹਿਬ ਕੀ ਸੋਚਦੇ ਹੋਣਗੇ ਵੀ ਮੈਂ ਕੁਝ ਕਹਿ ਰਿਹਾ ਇਹਨਾਂ ਨੂੰ ਤੇ ਆਪਣੀਆਂ ਗੱਲਾਂ ਲੈ ਕੇ ਬੈਠੇ ਨੇ। ਹਾਂਜੀ ਕੋਈ ਦੁਨਿਆਵੀ ਪੱਧਰ ਤੇ ਮਿਨਿਸਟਰ ਆ ਜਾਏ ਨਾ, ਸੰਤਰੀ ਮੰਤਰੀ, ਮਾੜਾ ਮੋਟਾ ਆਫੀਸਰ ਆ ਜਾਏ, ਅਸੀਂ ਇੱਕ ਟੱਕ ਉਹਦੇ ਵੱਲ ਦੇਖ ਕੇ ਧਿਆਨ ਨਾਲ ਉਹਦੀ ਗੱਲ ਸੁਣਦੇ ਆ, ਕਿਤੇ ਉਹ ਬੁਰਾ ਹਾਂਜੀ ਨਾ ਹਾਂਜੀ ਮਨਾ ਜਾਏ ਜੇ ਅਸੀਂ ਧਿਆਨ ਨਾ ਦਿੱਤਾ। ਜੇ ਬਿਲਕੁਲ ਅਸੀਂ ਆਪਸ ਵਿੱਚ ਗੱਲਾਂ ਕਰ ਲਾਂਗੇ ਤੇ ਮੰਤਰੀ ਨੂੰ ਗੁੱਸਾ ਆ ਜਾਂਦਾ ਵੀ ਮੈਂ ਕੁਝ ਕਹਿ ਰਿਹਾ, ਜਾਂ ਆਫੀਸਰ ਨੂੰ ਗੁੱਸਾ ਆਉਂਦਾ ਮੈਂ ਕੁਝ ਕਹਿ ਰਿਹਾ, ਧਿਆਨ ਦਿਓ। ਪਰ ਸਾਡੀ ਹਾਲਤ ਕੀ ਹੈ? ਗੁਰਬਾਣੀ ਦਾ ਪਾਠ ਤੇ ਹੋ ਰਿਹਾ ਹੈ, ਅਸੀਂ ਹਾਂਜੀ ਆਪਸ ਵਿੱਚ ਕੰਮ ਕਰ ਰਹੇ ਹਾਂ, ਗੱਲਾਂ ਕਰ ਰਹੇ ਹਾਂ, ਅਸੀਂ ਬਿਲਕੁਲ ਧਿਆਨ ਨਹੀਂ ਦੇ ਰਹੇ। ਇਸ ਬਿਲਕੁਲ ਕਰਕੇ ਗੁਰਬਾਣੀ ਦਾ ਪਿਆਰ ਉਦੋਂ ਪਏਗਾ ਜਦੋਂ ਅਸੀਂ ਧਿਆਨ ਦੇਵਾਂਗੇ। ਕਿਵੇਂ? ਦੇਖੋ, ਇੱਕ ਇੰਗਲਿਸ਼ ਦਾ ਵਰਡ ਹੈਗਾ ਕਿ ਰਿਲੇਸ਼ਨਸ ਡਿਮਾਂਡਸ ਟਾਈਮ। ਜਿਹੜੇ ਹਾਂਜੀ ਰਿਸ਼ਤੇ ਨੇ ਉਹ ਸਮਾਂ ਮੰਗਦੇ ਨੇ। ਹਾਂਜੀ ਅਸੀਂ ਜਿਹਦੇ ਨਾਲ ਗੱਲਬਾਤ ਰੋਜ਼ ਕਰਦੇ ਆ, ਫੋਨ ਤੇ ਗੱਲ ਕਰਦੇ ਆ ਜਾਂ ਮਿਲ ਕੇ ਕਰਦੇ ਆ, ਜਿਨ੍ਹਾਂ ਨਾਲ ਸਾਡੀ ਰੋਜ਼ ਗੱਲਬਾਤ ਹੁੰਦੀ ਹੈ, ਸਾਡਾ ਉਹਨਾਂ ਨਾਲ ਹਾਂਜੀ ਪਿਆਰ ਵੱਧ ਜਾਂਦਾ ਹੈ। ਹਾਂਜੀ ਤੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਨੀ ਛੱਡ ਦਿੰਦੇ ਆ, ਭਾਵੇਂ ਕਿੰਨੇ ਨੇੜੇ ਦੇ ਰਿਸ਼ਤੇਦਾਰ ਹੋਣ, ਅਸੀਂ ਉਹਨਾਂ ਨੂੰ ਭੁੱਲ ਜਾਂਦੇ ਆ। ਹਾਂਜੀ ਹਾਂਜੀ ਇਸੇ ਤਰ੍ਹਾਂ ਜਿਹਨੇ ਗੁਰੂ ਨਾਲ ਪਿਆਰ ਪਾਣਾ, ਉਹਨੂੰ ਗੁਰੂ ਨਾਲ ਬਚਨ ਕਰਨੇ ਪੈਣਗੇ। ਬਿਲਕੁਲ ਏਦਾਂ ਗੁਰਬਾਣੀ ਪੜ੍ਹਨੀ ਪਏਗੀ ਜਾਂ ਏਦਾਂ ਗੁਰਬਾਣੀ ਸੁਣਨੀ ਪਏਗੀ, ਮੇਰਾ ਗੁਰੂ ਹੁਣ ਬਚਨ ਕਰ ਰਿਹਾ, ਮੈਂ ਧਿਆਨ ਨਾਲ ਸੁਣਨਾ, ਸਮਾਂ ਦੇਣਾ ਪਏਗਾ ਗੁਰੂ ਨੂੰ। ਤੇ ਗੁਰੂ ਨਾਲ, ਬਾਣੀ ਨਾਲ ਪਿਆਰ ਪਾਉਣ ਵਾਸਤੇ 3 ਹਾਜ਼ਰੀਆਂ ਚਾਹੀਦੀਆਂ ਨੇ। 3 ਹਾਜ਼ਰੀਆਂ ਹੋਣਗੀਆਂ ਤੇ ਗੁਰੂ ਹਾਂਜੀ ਦਾ ਪਿਆਰ ਪੈਦਾ ਹੋਏਗਾ। ਹਾਂਜੀ ਹਾਂਜੀ ਉਹ 3 ਹਾਜ਼ਰੀਆਂ ਕੀ ਨੇ? ਯਾਦ ਰੱਖਿਓ, ਇਹ 3 ਹਾਜ਼ਰੀਆਂ ਸਿੱਖਣ ਵਾਸਤੇ ਸਾਨੂੰ ਕਿਸੇ ਹਾਂਜੀ ਗ੍ਰੰਥੀ ਕੋਲ, ਵਿਦਵਾਨ ਕੋਲ, ਕਥਾਵਾਚਕ ਕੋਲ ਜਾਣ ਦੀ ਲੋੜ ਨਹੀਂ। ਇੱਕ ਛੋਟਾ ਜਿਹਾ ਬੱਚਾ ਉਹ ਸਿਖਾ ਦਿੰਦਾ ਹੈ। ਹਾਂਜੀ ਕਿਵੇਂ? ਬੱਚਾ ਬਾਹਰੋਂ ਆਵਾਜ਼ ਦੇ ਰਿਹਾ ਘਰ ਦੇ ਅੰਦਰ ਮਾਂ ਨੂੰ, ਮਾਂ। ਮਾਂ ਕਿਚਨ 'ਚ ਬਿਜ਼ੀ ਕੰਮ ਕਰ ਰਹੀ, ਉਹਨੇ ਧਿਆਨ ਨਹੀਂ ਦਿੱਤਾ। ਉਹਨੇ ਹਾਂਜੀ ਫਿਰ ਆਵਾਜ਼ ਦਿੱਤੀ, ਮਾਂ। ਮਾਂ ਆਪਣੇ ਪ੍ਰਸ਼ਾਦੇ ਪਕਾ ਰਹੀ ਹੈ, ਦੁੱਧ ਉਬਾਲ ਰਹੀ, ਉਹਨੇ ਧਿਆਨ ਨਹੀਂ ਦਿੱਤਾ। ਉਹਨੇ ਫਿਰ ਆਵਾਜ਼ ਦਿੱਤੀ, ਮੰਮੀ ਜੀ। ਹੁਣ ਜਦੋਂ ਮਾਂ ਨੇ ਆਵਾਜ਼ ਸੁਣੀ, ਉਹਨੇ ਹਾਂਜੀ ਜਵਾਬ ਦਿੱਤਾ, ਹਾਂ ਦੱਸ ਬੱਚੇ ਕੀ ਚਾਹੀਦਾ ਹੈ? ਉਹ ਕਹਿੰਦਾ, ਮੰਮੀ ਜੀ ਬਾਹਰ ਆਈਸਕ੍ਰੀਮ ਵਾਲਾ ਆਇਆ, ਮੈਨੂੰ ਆਈਸਕ੍ਰੀਮ ਲੈ ਦਿਓ। ਹਾਂਜੀ ਹੁਣ ਬੱਚੇ ਨੇ ਪਹਿਲਾਂ ਆਪਣਾ ਧਿਆਨ ਖਿੱਚਿਆ, ਫਿਰ ਹੀ ਗੱਲ ਬਿਲਕੁਲ ਕਹੀ ਨਾ। ਉਹਨਾਂ ਬਿਲਕੁਲ ਚਿਰ ਮਾਂ ਮਾਂ, ਮੰਮੀ ਮੰਮੀ ਕਰਦਾ ਰਿਹਾ, ਜਿੰਨਾ ਚਿਰ ਹਾਂਜੀ ਮੰਮੀ ਨੇ ਰਿਪਲਾਈ ਨਹੀਂ ਕੀਤਾ। ਜਦੋਂ ਮਾਂ ਨੇ ਰਿਪਲਾਈ ਕੀਤਾ, ਉਦੋਂ ਉਹਨੇ ਆਪਣੀ ਗੱਲ ਦੱਸੀ ਵੀ ਆਹ ਗੱਲ ਹੈ। ਹੁਣ ਹਾਂਜੀ ਇਸ ਬੱਚੇ ਤੋਂ ਸਿੱਖਣਾ ਅਸੀਂ। ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਮੈਂ ਉਦਾਹਰਨ ਦੇ ਦਿੰਦਾ ਕਿ ਅਸੀਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ। ਸਾਡੀ ਰਹਿਰਾਸ ਸਾਹਿਬ ਪਾਠ ਕਰਨ ਦੀ ਸਾਡਾ ਲਹਿਜਾ ਕਿਦਾਂ ਦਾ ਵੈ? ਆਮ ਤੌਰ ਤੇ ਕੁਝ ਖਾਸ ਗੁਰਸਿੱਖਾਂ ਨੂੰ ਛੱਡ ਕੇ ਸਾਡਾ ਲਹਿਜਾ ਇਸ ਤਰ੍ਹਾਂ ਵੈ। ਹਰ ਕੇ ਜਨ ਸਤਿਗੁਰ ਸਤਿਪੁਰ ਖਾਬਨੋ ਕਰੋ ਗੁਰੂ ਪਾਸ ਹਮ ਕੀਰੀ ਕਰਮ ਸਤਿਗੁਰ ਸ਼ਰਨਾਈ, ਕਰਦਿਆਂ ਨਾਮ ਪ੍ਰਗਾਸ, ਮੇਰੀ ਮਿਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ। ਅਸੀਂ ਇਸ ਤਰ੍ਹਾਂ ਕਰਦੇ ਹਾਂ। ਤੇ ਕਈ ਤੇ ਗੁਰਬਾਣੀ ਦਾ ਪਾਠ ਕਰਦਿਆਂ ਕੰਮ ਕਰ ਵੀ ਕਰ ਜਾਂਦੇ ਨੇ। ਹਾਂਜੀ ਹੁਣ ਮੰਨ ਲਓ ਦਰਵਾਜ਼ੇ ਤੇ ਪ੍ਰਾਹੁਣੇ ਆ ਗਏ, ਸਿੱਖ ਜਿਹੜਾ ਹਾਂਜੀ ਬੈਠਾ ਪਾਠ ਕਰ ਰਿਹਾ ਰਹਿਰਾਸ ਸਾਹਿਬ ਦਾ, ਹੁਣ ਉੱਠ ਤੇ ਸਕਦਾ ਨਹੀਂ। ਉਹ ਕੀ ਕਹਿਣਗੇ ਰਿਸ਼ਤੇਦਾਰ ਵੀ ਬਾਣੀ ਪੜ੍ਹਦਿਆਂ ਉੱਠ ਕੇ ਆ ਗਿਆ। ਹੁਣ ਬੈਠਾ ਤੇ ਹੋਇਆ ਹੈ, ਨਾਲ ਨਾਲ ਹੁਣ ਘਰਦਿਆਂ ਨੂੰ ਸਮਝਾ ਰਿਹਾ ਕੀ ਕਰਨਾ ਹੈ, ਇਸ਼ਾਰੇ ਕਰ ਰਿਹਾ ਘਰਦਿਆਂ ਨੂੰ। ਹਰ ਕੇ ਜਨ ਸਤਿਗੁਰ ਸਤਿਪੁਰ ਖਾਬਨੋ ਕਰੋ ਗੁਰੂ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰਦਿਆਂ ਨਾਮ ਪ੍ਰਗਾਸ, ਮੇਰੀ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ। ਮਤਲਬ ਵੀ ਪ੍ਰਾਹੁਣੇ ਆਏ ਨੇ, ਉਹਨਾਂ ਨੂੰ ਸੋਫੇ ਤੇ ਬਿਠਾਓ, ਚਾਹ ਪਾਣੀ ਪਿਲਾਓ, ਮੈਂ ਹੁਣੇ ਕੰਮ ਮੁਕਾ ਕੇ ਆਇਆ। ਕੰਮ ਸਮਝਿਆ ਨਾ ਵੀ ਮੁਕਾਣਾ ਹੈ ਫਟਾਫਟ, ਵੀ ਰੋਜ਼ ਦਾ ਕੰਮ ਮੁਕਾਣਾ ਹੈ। ਅਸੀਂ ਇਹਨੂੰ ਹਾਂਜੀ ਪ੍ਰੇਮ ਨਹੀਂ ਸਮਝਿਆ, ਅਸੀਂ ਇਹਨੂੰ ਰਸਮ ਸਮਝ ਲਈ। ਹੁਣ ਕੀ ਹੋਇਆ? ਬਿਲਕੁਲ ਜ਼ਬਾਨ ਤੇ ਪੜ੍ਹ ਰਹੀ ਬਾਣੀ, ਪਰ ਹਾਂਜੀ ਧਿਆਨ ਕੰਮਾਂ ਵੱਲ ਹੈ, ਪ੍ਰਾਹੁਣਿਆਂ ਵੱਲ ਹੈ, ਵੀ ਉਹ ਆ ਰਹੇ ਨੇ, ਉਹਨਾਂ ਨੂੰ ਬਿਠਾਣਾ, ਇਹ ਕਰਨਾ ਹੈ। ਗੱਲ ਨਹੀਂ ਬਣੀ। ਹਾਂਜੀ ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਇਹ ਸ਼ਬਦ ਨਹੀਂ ਉਚਾਰਿਆ ਹੋਏਗਾ। ਨਾ ਜੀ ਉਹਨਾਂ ਨਾ ਆਵਾਜ਼ ਦਿੱਤੀ, ਸੰਬੋਧਨ ਕੀਤਾ। ਯਾਦ ਰੱਖਿਓ, ਹਾਂਜੀ ਗੁਰਬਾਣੀ ਪੜ੍ਹਨੀ ਹੈ ਤੇ ਗੁਰੂ ਨੂੰ ਹਾਜ਼ਰ ਜਾਣੋ। ਪਹਿਲੀ ਹਾਜ਼ਰੀ ਗੁਰੂ ਦੀ। ਗੁਰੂ ਵਾਹ ਨੂੰ ਹਾਜ਼ਰ ਸਮਝੋ ਵੀ ਮੇਰਾ ਗੁਰੂ ਹਾਜ਼ਰ ਹੈ, ਮੈਂ ਆਪਣੇ ਗੁਰੂ ਨਾਲ ਬਚਨ ਕਰਨ ਲੱਗਿਆ ਵਾਂ, ਮੈਂ ਆਪਣੇ ਗੁਰੂ ਬਿਲਕੁਲ ਤੋਂ ਕੁਝ ਸਿੱਖਣ ਲੱਗਿਆ ਵਾਂ, ਕੁਝ ਪੁੱਛਣ ਲੱਗਿਆ। ਹਾਂਜੀ ਉਹਨੂੰ ਆਵਾਜ਼ ਦਿਓ। ਗੁਰੂ ਰਾਮਦਾਸ ਪਾਤਸ਼ਾਹ ਨੇ ਆਵਾਜ਼ ਦਿੱਤੀ ਹੋਏਗੀ, ਹਰ ਕੇ ਜਨ। ਵਾਹ ਹੁਣ ਇੱਥੇ ਰੁਕਣਾ ਹੈ, ਇਹ ਸੰਬੋਧਨ ਹੈ। ਹਾਂਜੀ ਹਾਂਜੀ ਅੱਗੋਂ ਰਿਸਪੌਂਸ ਨਹੀਂ ਆਈ, ਜਵਾਬ ਨਹੀਂ ਆਇਆ, ਫਿਰ ਆਵਾਜ਼ ਦਿੱਤੀ, ਸਤਿਗੁਰ। ਇੱਥੇ ਫਿਰ ਵਾਹ ਰੁਕਣਾ ਮੈਂ, ਸੰਬੋਧਨ ਹਾਂਜੀ ਹੈ। ਰਿਸਪੌਂਸ ਨਹੀਂ ਆਇਆ, ਜਵਾਬ ਨਹੀਂ ਆਇਆ, ਫਿਰ ਆਵਾਜ਼ ਦਿੱਤੀ, ਸਤਿਪੁਰਖਾ। ਵਾਹ ਇੱਥੇ ਫਿਰ ਰੁਕਣਾ ਮੈਂ।
ਅੱਗੋਂ ਫਿਰ ਜਵਾਬ ਨਹੀਂ ਆਇਆ। ਫਿਰ ਆਵਾਜ਼ ਦਿੱਤੀ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ। ਗੁਰੂ ਆਖਦੇ ਦੱਸ ਕੀ ਚਾਹੀਦਾ ਹੈ? ਕਹਿਣ ਲੱਗੇ ਕਰ ਦਇਆ ਨਾਮ ਬਸ, ਨਾਮ ਪਰ ਮੇਰੇ ਤੇ ਤਰਸ ਖਾ ਕੇ ਮੇਰੇ ਅੰਦਰ ਹਾਂਜੀ ਨਾਮ ਦਾ ਪ੍ਰਕਾਸ਼ ਪੈ। ਆਵਾਜ਼ ਦਿੱਤੀ, ਫਿਰ ਆਵਾਜ਼ ਹਾਂਜੀ ਦਿੱਤੀ, ਮੇਰੇ ਮੀਤ। ਇੱਥੇ ਫਿਰ ਰੁਕਣਾ ਮੈਂ, ਸੰਬੋਧਨ ਹੈ। ਅੱਗੋਂ ਜਵਾਬ ਨਹੀਂ ਆਇਆ। ਫਿਰ ਆਵਾਜ਼ ਦਿੱਤੀ, ਇਹ ਗੁਰੂ ਆਖਦਾ ਕੀ ਚਾਹੀਦਾ ਹੈ? ਕਹਿਣ ਲੱਗੇ ਮੋਕੋ ਰਾਮ ਨਾਮ ਪ੍ਰਗਾਸ, ਮੇਰੇ ਅੰਦਰ ਨਾਮ ਦਾ ਪ੍ਰਕਾਸ਼ ਪੈਦਾ ਕਰ ਦਿਓ। ਵਾਹ ਆਵਾਜ਼ ਵਾਹ ਦੇ ਕੇ, ਸੰਬੋਧਨ ਕਰਕੇ ਗੁਰੂ ਨੂੰ ਹਾਜ਼ਰ ਜਾਣ ਕੇ ਆਵਾਜ਼ ਦਿੱਤੀ। ਤੇ ਅਸੀਂ ਕਿੰਨੇ ਕੁ ਆ ਜਿਹੜੇ ਗੁਰੂ ਨੂੰ ਆਵਾਜ਼ ਦਿੰਦੇ ਆ? ਗੁਰੂ ਨੂੰ ਆਵਾਜ਼ ਜਦੋਂ ਏਦਾਂ ਪਾਠ ਕਰਾਂਗੇ ਨਾ, ਹਰ ਕੇ ਜਨ, ਸੰਬੋਧਨ ਕਰਕੇ ਆਵਾਜ਼ ਦੇ ਕੇ ਮੈਂ ਆਪਣੇ ਗੁਰੂ ਨੂੰ ਆਵਾਜ਼ ਦੇ ਰਿਹਾ, ਫਿਰ ਰੁਕਣਾ ਪੈਣਾ ਹੈ। ਪਾਠ ਕਰਦੇ ਆ, ਸਤਿਗੁਰ ਸੰਬੋਧਨ ਹੈ, ਰੁਕਣਾ ਪੈਣਾ ਹੈ। ਜਦੋਂ ਮੈਂ ਗੁਰੂ ਨੂੰ ਕਰਕੇ ਬਾਣੀ ਰਹਿ ਰਹਾ, ਖਤਮ ਹੋ ਜਾਏਗਾ। ਗੁਰਾ ਆਵਾਜ਼ ਦੇਣੀ, ਸੰਬੋਧਨ ਕਰਨਾ ਹੈ। ਇੱਕ ਹਾਂਜੀ ਦੇ ਬੁਝਾਈ, ਫਿਰ 15 ਮਿੰਟ ਨਹੀਂ, ਫਿਰ ਘੰਟਾ ਲੱਗ ਜਾਏਗਾ। ਹਾਂਜੀ 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 ਇੱਕ ਬਿਲਕੁਲ ਤੇ ਹਾਜ਼ਰੀ, ਪਹਿਲੀ ਹਾਜ਼ਰੀ ਗੁਰੂ ਦੀ, ਗੁਰੂ ਹਾਂਜੀ ਹਾਜ਼ਰ ਹੋਵੇ, ਗੁਰੂ ਨੂੰ ਹਾਜ਼ਰ ਜਾਣ ਕੇ ਆਵਾਜ਼ ਦਿਓ, ਹਾਂਜੀ ਸੰਬੋਧਨ ਕਰੋ। ਦੂਜੀ ਬਿਲਕੁਲ ਹਾਜ਼ਰੀ, ਜਿਸ ਹਾਂਜੀ ਰੱਬ ਨਾਲ ਜੁੜਨਾ ਉਸ ਰੱਬ ਨੂੰ ਸੰਬੋਧਨ ਕਰੋ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਵਾਹ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਤੇ ਤੀਜੀ ਹਾਜ਼ਰੀ ਕਿਹਦੀ ਚਾਹੀਦੀ ਹੈ? ਗੁਰੂ ਵੀ ਹਾਜ਼ਰ ਹੋਵੇ, ਰੱਬ ਵੀ ਹਾਜ਼ਰ ਹੋਵੇ, ਅਸੀਂ ਬਾਹਰ ਸ਼ਾਪਿੰਗ ਕਰਦੇ ਹੋਈਏ, ਨਹੀਂ, ਸਾਡਾ ਮਨ ਵੀ ਹਾਜ਼ਰ ਹੋਵੇ। ਆਵਾਜ਼ ਦਿਓ, ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਇਹ ਮਨ ਹਾਂਜੀ ਪਿਆਰਿਆ, ਆਵਾਜ਼ ਦਿਓ। ਸਰੀਰ ਹਾਜ਼ਰ ਹੋਵੇ, ਅੱਖਾਂ, ਨੱਕ, ਕੰਨ, ਸਾਰਾ ਕੁਝ ਹਾਜ਼ਰ ਹੋਵੇ। ਇਹ ਨੇਤਰੋ ਮੇਰੇ ਹੋ, ਇਹ ਸਰਵਣੋ ਮੇਰੇ ਹੋ, ਆਵਾਜ਼ ਦਿਓ। ਇਹ ਸਰੀਰਾ ਮੇਰਿਆ, ਸੰਬੋਧਨ ਕਰੋ ਕਿ ਮੈਂ ਹਾਜ਼ਰ ਹਾਂ। ਹਾਂਜੀ ਜਦੋਂ ਗੁਰੂ ਤੇ ਹਾਜ਼ਰ ਹੈ, ਰੱਬ ਤੇ ਹਾਜ਼ਰ ਹੈ, ਪਰ ਅਸੀਂ ਗੈਰ ਹਾਜ਼ਰ ਹੋ ਜਾਂਦੇ ਆ। ਜਿਸ ਦਿਨ ਸਾਡਾ ਮਨ ਹਾਜ਼ਰ ਹੋਏਗਾ, ਸਾਨੂੰ ਗੁਰੂ ਤੇ ਰੱਬ ਹਾਜ਼ਰ ਸਾਹਮਣੇ ਨਜ਼ਰ ਆ ਜਾਣਗੇ, ਫਿਰ ਵਿਚਾਰ ਹੋਏਗੀ। ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਦੌਲਤ ਖਾਂ ਲੋਧੀ ਨੂੰ, ਹਾਂਜੀ ਨਵਾਬ ਨੂੰ, ਤੇ ਨਾਲ ਕਾਜ਼ੀ ਮੁਲਾਣਿਆਂ ਨੂੰ। ਜਦੋਂ ਉਹਨਾਂ ਕਿਹਾ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ, ਗੁਰੂ ਨਾਨਕ ਹਾਂਜੀ ਪਾਤਸ਼ਾਹ ਕਹਿਣ ਲੱਗੇ, ਕਾਜ਼ੀ ਨਮਾਜ਼ ਤੇ ਤੁਸੀਂ ਵੀ ਨਹੀਂ ਪੜ੍ਹੀ, ਹਾਂਜੀ ਤੁਹਾਡੀ ਜ਼ੁਬਾਨ ਨੇ ਨਮਾਜ਼ ਪੜ੍ਹੀ, ਤੁਸੀਂ ਨਹੀਂ ਪੜ੍ਹੀ, ਕਿਉਂਕਿ ਤੁਸੀਂ ਘਰ ਗਏ ਹੋਏ ਸੀ ਕਿ ਵੱਛਾ ਉੱਚ ਨਾ ਡਿੱਗ ਜਾਏ। ਹਾਂਜੀ ਨਵਾਬ ਦੌਲਤ ਖਾਂ ਆਖਦਾ, ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ। ਸਤਿਗੁਰੂ ਪਾਤਸ਼ਾਹ ਹਾਂਜੀ ਕਹਿਣ ਲੱਗੇ, ਨਵਾਬ ਕਾਜ਼ੀ ਤੇ ਘਰ ਤੱਕ ਗਿਆ ਸੀ, ਤੂੰ ਕਾਬਲ ਕੰਧਾਰ ਘੋੜੇ ਖਰੀਦਣ ਗਿਆ ਸੀ, ਨਮਾਜ਼ ਤੂੰ ਵੀ ਨਹੀਂ ਪੜ੍ਹੀ। ਇਹ ਹਾਂਜੀ ਗੱਲ ਸਾਡੇ ਤੇ ਵੀ ਅੱਜ ਲਾਗੂ ਹੁੰਦੀ ਹੈ। ਬਾਣੀ ਤੇ ਪੜ੍ਹ ਰਹੇ ਹਾਂ, ਗੁਰੂ ਤੇ ਹਾਜ਼ਰ ਹੈ, ਰੱਬ ਤੇ ਹਾਜ਼ਰ ਹੈ, ਪਰ ਹਾਂਜੀ ਅਸੀਂ ਗੈਰ ਹਾਜ਼ਰ ਹਾਂ, ਅਸੀਂ ਬਾਹਰ ਕਿਤੇ ਚਲੇ ਜਾਂਦੇ ਹਾਂ। ਇਸ ਬਿਲਕੁਲ ਕਰਕੇ ਬਿਲਕੁਲ 3 ਹਾਜ਼ਰੀਆਂ ਜ਼ਰੂਰੀ ਨੇ, ਗੁਰੂ ਦੀ ਹਾਜ਼ਰੀ, ਰੱਬ ਦੀ ਹਾਜ਼ਰੀ, ਸਭ ਤੋਂ ਜ਼ਿਆਦਾ ਆਪਣੀ ਹਾਜ਼ਰੀ। ਜਦੋਂ ਮੈਂ ਬਿਲਕੁਲ ਹਾਜ਼ਰ ਹੋ ਕੇ ਗੁਰੂ ਨੂੰ ਆਵਾਜ਼ ਦਿਆਂਗਾ, ਬਚਨ ਕਰਾਂਗਾ, ਗੁਰੂ ਨੂੰ ਹਾਂਜੀ ਹਾਜ਼ਰ ਸਮਝ ਕੇ, ਤੇ ਤਾਂ ਹੀ ਮੇਰਾ ਗੁਰੂ ਨਾਲ ਪ੍ਰੇਮ ਬਣੇਗਾ। ਕਿ ਮੈਂ ਬਾਣੀ ਨਹੀਂ ਪੜ੍ਹਨ ਲੱਗਿਆ, ਮੈਂ ਗੁਰੂ ਨਾਲ ਬਚਨ ਕਰਨ ਲੱਗਿਆ ਵਾਂ। ਬਾਣੀ ਪੜ੍ਹਨ ਦਾ ਬਿਲਕੁਲ ਭਾਵ ਗੁਰੂ ਨਾਲ ਬਚਨ ਕਰਨੇ, ਗੁਰੂ ਨਾਲ ਵਿਚਾਰਾਂ ਦੀ ਸਾਂਝ ਕਰਨੀ, ਗੁਰੂ ਪਾਸੋਂ ਵਾਹ ਗਿਆਨ ਲੈਣਾ। ਜਦੋਂ ਅਸੀਂ ਗੁਰੂ ਬਿਲਕੁਲ ਨੂੰ ਹਾਜ਼ਰ ਸਮਝ ਕੇ ਬਾਣੀ ਪੜਾਂਗੇ, ਉਦੋਂ ਸਾਡਾ ਗੁਰੂ ਨਾਲ ਪ੍ਰੇਮ ਹੋਰ ਜ਼ਿਆਦਾ ਬਣ ਜਾਏਗਾ। ਹਾਂ ਹਾਂਜੀ, ਬਹੁਤ ਵਧੀਆ ਹਾਂਜੀ ਗਿਆਨੀ ਜੀ ਕੀ ਬਾਤ ਹੈ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ ਬਾਕੀ ਸੰਗਤ ਜੀ ਆਪਾਂ ਨਾ ਬਹੁਤ ਡਰਨੇ ਆ ਬਾਣੀ ਪੜਨ ਤੋਂ ਬਈ ਮਤਲਬ ਕਿ ਸਾਡੇ ਕੋਲ ਬੇਅਦਬੀ ਹੋ ਜਾਏਗੀ ਬਾਣੀ ਪੜਦਾ ਕੋਈ ਪੰਕਤੀ ਗਲਤ ਬੋਲੇਗੀ ਬੇਅਦਬੀ ਹੋ ਜਾਏਗੀ ਜੇਕਰ ਆਪਾਂ ਪੜਾਂਗੇ ਨਾ ਤਾਂ ਸਾਨੂੰ ਆਏਗੀ ਕਿਸ ਤਰ੍ਹਾਂ ਸਾਨੂੰ ਆਏ ਕਿਸ ਤਰ੍ਹਾਂ ਆਪਾਂ ਬਾਣੀ ਨੂੰ ਪੜਾਂਗੇ ਬਾਣੀ ਸਿੱਖਾਂ ਗਲਤੀਆਂ ਹੁੰਦੀਆਂ ਨੇ ਅੱਜ ਕੱਲ ਤੇ ਬਹੁਤ ਵਧੀਆ ਸਿਸਟਮ ਆ ਗਏ ਨੇ ਨੈਟ ਤੋਂ ਜਿਹੜਾ ਮਰਜੀ ਪਾਣੀ ਤੁਸੀਂ ਬਾਣੀ ਕੱਢ ਲਓ ਜਿਸ ਤਰ੍ਹਾਂ ਵੀ ਆ ਬੜੇ ਤਰੀਕੇ ਨਾਲ ਸੰਥਿਆ ਰੂਪ ਦੇ ਵਿੱਚ ਹੀ ਬਾਣੀ ਅੱਜ ਕੱਲ ਬਹੁਤ ਨੈਟ ਦੇ ਵਿੱਚ ਪਹਿਲਾ ਪੰਕਤੀ ਅੱਗੋਂ ਵਿਦਵਾਨ ਸਿੰਘ ਬੋਲਦਾ ਦੂਜੀ ਆਪਣੇ ਆਪਾਂ ਬੋਲਦੇ ਆ ਬਹੁਤ ਵਧੀਆ ਆਨੰਦ ਹੈ ਗੁਰੂ ਸਾਹਿਬ ਸਾਡੇ ਤਰਸੀ ਬੜਾ ਅੱਜ ਕੱਲ ਪਰ ਟਾਈਮ ਕੱਢਣਾ ਪਏਗਾ ਇਹ ਟਾਈਮ ਕੱਢਣਾ ਪਏਗਾ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨਗੇ ਆਪਾਂ ਸੰਗਤ ਜੀ ਹਰ ਇੱਕ ਸਿੱਖ ਨੂੰ ਮੈਂ ਬੇਨਤੀ ਕਰਾਂ ਹਰ ਸਿੱਖ ਨੂੰ ਆਪਣੀ ਅਰਦਾਸ ਖੁਦ ਆਪ ਕਰਨੀ ਚਾਹੀਦੀ ਹੈ ਜਿਹੜੇ ਕਿ ਸੱਜਣਾ ਦੀ ਸੋਚ ਹੈ ਕਿ ਅਰਦਾਸੀਆ ਸਿੰਘ ਹੀ ਗ੍ਰੰਥੀ ਸਿੰਘ ਹੀ ਅਰਦਾਸ ਕਰੇਗਾ ਇਹ ਕੋਈ ਸ਼ਾਬਾਸ਼ ਵਾਲੀ ਗੱਲ ਨਹੀਂ ਅਰਦਾਸ ਤਾਂ ਕਰ ਦੇਣੀ ਚਲੋ ਠੀਕ ਹੈ ਜੋ ਪ੍ਰਬੰਧਕਾਂ ਨੇ ਲਿਖਿਆ ਵੀ ਠੀਕ ਹੈ ਵੀ ਹੋਣਾ ਚਾਹੀਦਾ ਗ੍ਰੰਥੀ ਅਰਦਾਸ ਕਰੇਗਾ ਪਰ ਸਾਨੂੰ ਆਪਣੀ ਅਰਦਾਸ ਖੁਦ ਆਪ ਕਰੀਏ ਕੀ ਹੋਏਗਾ ਅਰਦਾਸ ਦਿਲ ਦੀ ਭਾਵਨਾ ਆਪਾਂ ਜੋ ਗੁਰੂ ਸਾਹਿਬ ਅੱਗੇ ਰੱਖ ਸਾਂ ਅਕਾਲ ਪੁਰਖ ਸਾਹਿਬ ਅੱਗੇ ਰੱਖ ਸਾਂਗੇ ਸਾਡੀ ਆਹ ਮੰਨ ਕੇ ਸਤਿਗੁਰੂ ਜੀ ਭਾਵਨਾ ਸਾਨੂੰ ਪਹਿਲਾਂ ਅਰਦਾਸ ਨਹੀਂ ਆਏਗੀ ਉਸ ਤੋਂ ਬਾਅਦ ਹੁੰਦੇ ਹੁੰਦੇ ਆ ਜਾਏਗੀ ਮੈਂ ਦੂਜੀ ਗੱਲ ਇੱਕ ਅਸੀਂ ਵੇਖ ਸੰਗਤ ਦੇ ਵਿੱਚ ਵਿਚਰੀਦਾ ਇਹ ਵੀ ਦੇਖੀਦਾ ਜੇ ਬੋਲਦਾ ਨਾ ਗ੍ਰੰਥੀ ਸਾਹਿਬ ਬੋਲਦਾ ਬੋਲੋ ਜੀ ਵਾਹਿਗੁਰੂ
ਉਹ ਵੀ ਕਈ ਬੋਲਦੇ, ਪਿਛਲੇ ਲੋਕ, ਪਿਛਲੇ ਸੱਜਣ ਜਿਆਦੇ ਤੇ ਜਾਂ ਮਤਾਵਾਂ ਤੇ ਬਹੁਤ ਬੋਲਦੀਆਂ ਨਹੀਂ। ਬੋਲਣਾ ਚਾਹੀਦਾ। ਉਹ ਕੀ ਹੁੰਦਾ ਕਿ ਜਿੰਨੀ ਸੰਗਤ ਖੜੀ ਹੈ ਸਾਰੇ ਦਾ ਆਪਾਂ ਉਹਨਾਂ ਨੂੰ ਗੁਣਾ ਕਰੀਏ। ਉਹ ਗੱਲ ਇੱਕ ਵਾਰੀ ਦਾ ਵਾਹਿਗੁਰੂ ਬੋਲਿਆ, ਉਹਨਾਂ ਨੇ ਡਿਵਾਈਡ ਕਰਕੇ ਆਪਣੀ ਜਹਾਜ਼ ਹੀ ਲੱਗ ਜਾਂਦੀ ਵੀ ਇੰਨੀ ਵਾਰੀ ਅਸੀਂ ਬੋਲ ਚੁੱਕੇ ਹਾਂ। ਸਾਰੇ ਬੋਲਿਆ ਕਰੀਏ, ਖੜੇ ਹੋ ਕੇ ਅਰਦਾਸ ਕਰਨੀ ਜੇ ਗੁਰੂ ਹਰਿ ਪਾਤਸ਼ਾਹ ਮਹਾਰਾਜ ਸਾਡੇ ਤੇ ਬਖਸ਼ਿਸ਼ ਕੀਤੀ, ਕਿਰਪਾ ਕਰਨੀ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜੋ ਚੰਡੀ ਦੇ ਵਾਰ ਦੇ ਵਿੱਚ ਪਹਿਲਾਂ ਇਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਲੱਗ ਕੇ 9ਵੇਂ ਪਾਤਸ਼ਾਹ ਘਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸ਼ਾਇਦ ਤੱਕ ਆਪਾਂ ਉਸ ਨੂੰ ਇੱਕ ਪੰਕਤੀ, ਇੱਕ ਸਿਹਾਰੀ ਬਿਆਰੀ ਵੀ ਨਹੀਂ ਬਦਲ ਸਕਦੇ। ਇਨ ਬਿਨ ਆਪਾਂ ਉਹਦਾ ਪੜਿਆ ਕਰੀਏ। ਜ਼ਰੂਰ ਆਪਾਂ ਅਰਦਾਸ ਆਪਣੀ ਖੁਦ ਕਰਿਆ ਕਰੀਏ। ਜਿੱਦਾਂ ਮੈਂ ਕਹਿੰਦਾ ਜੀ, ਸਾਡੇ ਬੜੇ ਗੁਰੂ ਸਾਹਿਬ ਦੀ ਕਿਰਪਾ, ਗਿਆਨੀ ਜੀ ਬੜੇ ਵਿਦਵਾਨ ਨੇ, ਬੜੇ ਤਰੀਕੇ ਨਾਲ ਦੱਸਦੇ ਨੇ। ਉਸ ਦਿਨ ਬਾਅਦ ਆਪਾਂ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਜੀ ਜੰਤਰ ਧਾਰੇ ਪ੍ਰਭ ਡੋਰੀ ਹੱਥ ਮਾਰੇ, ਪਾਤਸ਼ਾਹ ਮਿਹਰ ਕਰ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸਰਨਾ, ਮਾਲਕ ਤੇਰੀ ਸਰਨ ਵਿੱਚ ਆ ਗਿਆ, ਜੋ ਤੂੰ ਆਪ ਹੀ ਕਰਾਣਾ ਤੇ ਮਾਲਕ ਤੇ ਟੁੱਟਾ ਕੇ ਕਰਦਾ ਹੈ। ਹਾਂਜੀ ਗਿਆਨੀ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਸਾਡਾ ਹੁਣ ਕਿਵੇਂ ਧਿਆਨ ਲੱਗੇਗਾ, ਕਿਵੇਂ ਗੁਰੂ ਸਾਹਿਬ ਅੱਗੇ ਆਪਾਂ ਮਨ ਜੋੜੀਏ, ਕਿਵੇਂ ਹੁਣ ਗੱਲ ਬਣੇਗੀ? ਜਿਸ ਤਰ੍ਹਾਂ ਕਈ ਇੱਕ ਵਾਰੀ ਨਾ ਜਗੀ ਸਾਹਿਬ ਪਾਠ ਕਰਦੇ ਕਹਿੰਦੇ ਜੀ ਮੈਂ ਇੱਕ ਵਾਰੀ ਪਾਠ ਕੀਤਾ, ਮੇਰੇ ਕੋਲ ਗਲਤੀਆਂ ਬੜੀਆਂ, ਮੇਰੇ ਕੋਲ ਭੁੱਲਾਂ ਹੋ ਗਈਆਂ। ਇਹਦਾ ਕੀ ਤੁਸੀਂ ਕੀ ਕਹਿਣਾ ਚਾਹੋਗੇ ਤੇ? ਦੇਖੋ, ਗੁਰਬਾਣੀ ਦਾ ਪਾਠ ਜਦੋਂ ਵੀ ਕਰਨਾ ਹੋਵੇ, ਹਾਂਜੀ ਉਦੋਂ 5 ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹਾਂਜੀ 5 ਗੱਲਾਂ ਦਾ। ਪਹਿਲੀ ਗੱਲ, ਅੱਖਰਾਂ ਦਾ ਉਚਾਰਨ ਜਿਹੜਾ ਹੈ ਠੀਕ ਹੋਵੇ ਤੇ ਹਾਂਜੀ ਸਾਰੇ ਅੱਖਰ ਇੱਕ ਸਾਰ ਬੋਲੇ ਜਾਣ। ਬਿਲਕੁਲ। ਪਹਿਲੀ ਗੱਲ। ਦੂਜੀ ਗੱਲ ਇਹ ਹੈ, ਤੀਜੀ ਗੱਲ, ਜਿਹੜੇ ਹਾਂਜੀ ਸ਼ਬਦਾਂ ਦੇ ਜੋੜ ਹੁੰਦੇ ਨੇ ਉਹ ਬਿਲਕੁਲ ਠੀਕ ਤੇ ਸ਼ੁੱਧ ਬੋਲੇ ਜਾਣ। ਚੌਥਾ, ਸਾਰੀ ਤੁਕ ਦਾ ਉਚਾਰਨ ਜਿਹੜਾ ਹੈ ਉਹਨੂੰ ਇੱਕ ਜਾਂ ਇੱਕ ਤੋਂ ਜ਼ਿਆਦਾ 2 ਹਿੱਸਿਆਂ 'ਚ ਜਾਂ 3 ਹਿੱਸਿਆਂ 'ਚ ਉਹਨਾਂ ਦੇ ਅਰਥਾਂ ਦੇ ਮੁਤਾਬਕ ਵਿਸਰਾਮ ਦੇ ਕੇ, ਯੋਗ ਥਾਂ ਤੇ ਵਿਸਰਾਮ ਦੇ ਕੇ ਤੁਕ ਦਾ ਜਾਏ, ਨਾ ਕਿ ਫਟਾਫਟ ਇਕੱਠੀ ਤੁਕ ਪੜ ਲਈ ਜਾਏ। ਉਹਨੂੰ ਜਿੱਥੇ ਜਿੱਥੇ ਯੋਗ ਵਿਸਰਾਮ ਹੈ, ਅਰਥਾਂ ਮੁਤਾਬਕ 1 ਜਾਂ 2 ਭਾਗਾਂ 'ਚ ਵੰਡ ਕੇ ਉਸ ਤੁਕ ਨੂੰ ਪੜਿਆ ਜਾਏ। ਤੇ ਪੰਜਵਾਂ, ਗੁਰਬਾਣੀ ਹਾਂਜੀ ਦਾ ਪਾਠ ਕਰਦੇ ਆ ਜਿਹੜੀ ਲੈ ਉਹ ਬਿਲਕੁਲ ਰਸਮਈ ਹੋਵੇ। ਜਿਵੇਂ ਮੈਂ ਵਾਹ। ਮੰਨੋ ਰਸ ਲੈ ਰਿਹਾ, ਜਿਹਨੂੰ ਗੁਰੂ ਸਾਹਿਬ ਹਾਂਜੀ ਨੇ ਕਿਹਾ ਸੀ ਲੋਇਣ ਰਤੇ ਲੋਇਣੀ, ਕੰਨੀ ਹੂੰ ਸੁਰਤ ਸਮਾਏ, ਜੀਵ ਰਸਾਇਣ ਚੂਨੜੀ। ਜੀਵ ਨਾਮ ਦੇ ਰਸ ਨੂੰ ਚੁੰਘਦੀ ਹੋਵੇ। ਚੂਨੜੀ ਮੈਨੇ ਚੁੰਘਣਾ। ਹਾਂਜੀ ਜੀਵ ਰਸਾਇਣ ਹਾਂਜੀ ਚੂਨੜੀ, ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਝਕੋਲਿਆ, ਕੀਮਤ ਕਹੀ ਨਾ ਜਾਏ। ਇਸ ਕਰਕੇ ਪਾਠ ਦੀ ਲੈ ਰਸਮਈ ਹੋਵੇ। ਮੈਂ ਗੁਰਬਾਣੀ ਦੇ ਚ ਰਸ ਤੇ ਭਰਪੂਰ ਹੈ, ਮੈਂ ਉਹਨੂੰ ਐਕਸੈਪਟ ਕਰ ਸਕਾਂ, ਮੇਰੇ ਅੰਦਰ ਉਹ ਰਸ ਆ ਜਾਏ। ਇਹ 5 ਤਰੀਕੇ ਨੇ ਗੁਰਬਾਣੀ ਦਾ ਪਾਠ ਕਰਨ ਦੇ। ਹਾਂਜੀ। ਬਾਕੀ ਕਹਿੰਦੇ ਜੀ, ਜਿਸ ਤਰ੍ਹਾਂ ਕਈ ਜਿਸ ਨਵੇਂ ਪਾਠ ਕਰਦੇ ਨੇ, ਵਿਸ਼ਰਾਮ ਨਹੀਂ ਸਹੀ ਦਿੱਤੇ ਜਾਂਦੇ, ਅਰਥਾਂ ਦੇ ਅਨਰਥ ਹੋ ਜਾਂਦੇ ਨੇ। ਤੇ ਕਈ ਹਾਂਜੀ ਸੱਜਣ ਸੋਚਦੇ ਨੇ ਬਈ ਆਪਾਂ ਇਹ ਅਨਰਥ ਕਰ ਲਿਆ ਤੇ ਆਪਾਂ ਪਾਠ ਨਹੀਂ ਕਰਨਾ। ਇਹ ਚਲੋ ਹੈ, ਉਹ ਤੇ ਨਵਾਂ ਹੋ ਜਾਂਦਾ, ਪਰ ਆਸਤਾ ਬਣ ਸਕਦੀ ਗੱਲ। ਗੁਰੂ ਸਾਹਿਬ ਕਿਰਪਾ ਕਿਉਂ ਨਹੀਂ ਹੁੰਦਾ? ਜਦੋਂ ਚਲੰਤ ਬਾਣੀ ਚੱਲ ਵੀ, ਵਿਸ਼ਰਾਮ ਸਹੀ ਟਿਕਾਣੇ ਦੇਣ ਲੱਗ ਪਿਆ ਤੇ ਆਪੇ ਗੁਰੂ ਸਾਹਿਬ ਮਿਹਰ ਕਰਦੇ, ਮਤਲਬ ਅਰਥ ਹੋਣ ਲੱਗ ਪੈਂਦੇ ਵਧੀਆ। ਉਹ ਹੌਲੀ ਹੌਲੀ ਵਿਦਿਆ ਵਿਦਵਾਨ ਇਸ ਤਰ੍ਹਾਂ ਬਣਦੇ। ਕਿਸ ਤਰ੍ਹਾਂ ਕਹਿਣਾ ਚਾਹੁੰਦੇ? ਬਿਲਕੁਲ ਜੀ। ਦੇਖੋ ਜੀ, ਇਸ ਤਰ੍ਹਾਂ ਮੈਂ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਹਾਂਜੀ ਤੇ ਉਸ ਸਮੇਂ, ਹਾਂਜੀ, ਉਸ ਸਮੇਂ ਜਿਹੜਾ ਸਾਨੂੰ ਲਗਾ ਮਾਤਰਾ ਵੱਲ ਤੇ ਵਿਸਰਾਮਾਂ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈਗੀ ਹੈ। ਹਾਂਜੀ ਉਦਾਹਰਨ ਦੇ ਤੌਰ ਤੇ ਮੈਂ ਪਾਠ ਕਰਦਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਤੇ ਗਲਤ ਹੋ ਗਿਆ। ਹਾਂਜੀ ਆਕਾਰ ਨਹੀਂ, ਮੈਨੂੰ ਧਿਆਨ ਨਾਲ ਦੇਖਣਾ ਪੈਣਾ ਵੀ ਐੜੇ ਨੂੰ ਵੀ ਕੰਨਾ ਲੱਗਿਆ ਹੋਇਆ ਹੈ, ਉਹਨੂੰ ਪੜ੍ਹਨਾ ਆਕਾਰ। ਲਗਾ ਮਾਤਰਾ ਵੱਲ ਧਿਆਨ ਦੇਣ ਦੀ ਲੋੜ ਹੈ। ਹੁਕਮੀ ਹੋਵਨ ਆਕਾਰ। ਜਦੋਂ ਮੈਂ ਲਗਾ ਮਾਤਰਾ ਦੇਖ ਕੇ ਪੜਾਂਗਾ, ਫਿਰ ਮੈਂ ਅੱਖਾਂ ਬੰਦ ਕਰਕੇ ਪਾਠ ਨਹੀਂ, ਅੱਖਾਂ ਖੋਲ ਕੇ ਪਾਠ ਕਰਾਂਗਾ। ਸਿੱਖ ਨੇ ਅੱਖਾਂ ਖੋਲ ਕੇ ਪਾਠ ਕਰਨੇ, ਪੋਥੀ ਤੋਂ ਦੇਖ ਕੇ ਪਾਠ ਕਰਨਾ, ਤਾਂ ਕਿ ਮੈਂ ਗਲਤ ਨਾ ਪੜਾਂ। ਅਸੀਂ ਕੰਨੇ ਦੀਆਂ ਗਲਤੀਆਂ ਬਹੁਤ ਕਰ ਜਾਂਦੇ ਹਾਂ। ਆਕਾਰ ਨੂੰ ਅਸੀਂ ਆਕਾਰ ਕਹਿ ਜਾਂਦੇ ਹਾਂ। ਇਸ ਤਰ੍ਹਾਂ ਦੇ ਬਹੁਤ ਹਾਂਜੀ ਸਾਰੇ ਸ਼ਬਦ ਨੇ। ਸਾਲਾਹ ਨੂੰ ਅਸੀਂ ਸਲਾਹ ਕਹਿ ਜਾਂਦੇ ਹਾਂ। ਸਿਹਾਰੀਆਂ ਦੀ ਅਸੀਂ ਗਲਤੀ ਕਰਦੇ ਹਾਂ। ਅਸੀਂ ਕਹਿੰਦੇ ਹਾਂ ਸੁਣੀਏ ਸਿੱਧ ਪੀਰ ਸੁਰਨਾਥ, ਸੁਣੀਏ, ਸੁਣੀਆ ਨਹੀਂ ਹੈਗਾ ਉੱਥੇ, ਸੁਣਿਆ। ਸੁਣਿਆ। ਇਹਨੂੰ ਸਿਹਾਰੀ ਹੈਗੀ, ਸੁਣਿਆ। ਹਾਂਜੀ ਸੁਣਨ ਨਾਲ ਉੱਥੇ ਸਿਹਾਰੀ ਉਚਾਰਨ ਹੋਏਗੀ। ਉਹ ਸਾਡੀ ਪੰਜਾਬੀ ਦਾ ਹਾਂਜੀ ਠੇਠ ਵਰਡ ਹੈ। ਜਿਵੇਂ ਅਸੀਂ ਕਹਿੰਦੇ ਹਾਂ ਵੀ ਉੱਥੇ ਜਾਇਆ ਪਤਾ ਲੱਗਣਾ ਹੈ। ਜਾਇਆ ਹਾਂਜੀ ਮੈਨੇ ਜਾਣ ਨਾਲ, ਉਹ ਚੀਜ਼ ਵੇਖਿਆ ਪਤਾ ਲੱਗਣੀ ਹੈ। ਮੈਨੇ ਵੇਖਣ ਨਾਲ, ਏਦਾਂ ਸੁਣਿਆ, ਸੁਣਨ ਨਾਲ। ਇਹ ਸੁਣਿਆ ਉਚਾਰਨੇ ਦਾ ਹੋਏਗਾ। ਫਿਰ ਬਿਹਾਰੀ ਦੀ ਅਸੀਂ ਗਲਤੀ ਕਰ ਜਾਂਦੇ ਹਾਂ। ਜਿਵੇਂ ਗਾਵੇ ਕੋ ਵਿਦਿਆ ਵਿਖਮ
ਅਸੀਂ ਕਹਿੰਦੇ ਵਿਚਾਰ। ਵਿਚਾਰ ਨਹੀਂ ਵਿਚਾਰ। ਉੱਥੇ ਵਾਵੇ ਨੂੰ ਪਿਆਰੀ ਲੱਗੀ ਹੈ, ਗਾਵੇ ਕੋ ਹਾਂਜੀ ਵਿਦਿਆ ਵਿਖ ਵਿਚਾਰ। ਫਿਰ ਅਸੀਂ ਲਾਂ ਦੁਲਾਂ ਦੀ ਗਲਤੀ ਕਰ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਮੰਨੇ ਸੁਰਤ ਹੋਵੇ ਮਨ ਬੁੱਧ। ਹੁਣ ਉੱਥੇ ਮੰਨੇ ਪਾਠ ਨਹੀਂ ਹੈਗਾ, ਉੱਥੇ ਪਾਠ ਹੈ ਮੰਨੈ, ਦਲਾਵਾਂ ਲੱਗੀਆਂ ਨੇ। ਜਦੋਂ ਅਸੀਂ ਅੱਖਾਂ ਹਾਂਜੀ। ਖੋਲ ਕੇ ਲਗਾ ਨੂੰ ਦੇਖਾਂਗੇ ਤਾਂ ਹੀ ਅਸੀਂ ਉਚਾਰਨ ਉਹਦਾ ਸ਼ੁੱਧ ਕਰਾਂਗੇ। ਫਿਰ ਅਸੀਂ ਕਹਿੰਦੇ ਪਹਿਲੀ ਹਾਂ ਪੌੜੀ, ਅਨਕ ਪਹਿਲੀ ਭਾਂਤ ਕਰ ਪੌੜੀ ਸੇਵਾ ਦੇ, ਕਰੀਏ। ਪਹਿਲੀ ਪੌੜੀ ਤੇ ਹਾਂਜੀ, ਬਾਬਾ ਜੀ ਮੰਨੇ ਆਂਦੇ, ਇੱਕ ਤਾਂ ਪਹਿਲੀ ਪੌੜੀ 'ਚ ਇੱਕ ਲਾਂ ਹਾਂ ਲੱਗੀ ਹੈ, ਪਹਿਲੀ ਤੇ ਦੂਜੀ ਮੰਨੀ ਲਾਂ। ਆਂਦਾ, ਮੈਂ ਮੰਨਿਆ ਸੁਰਤ ਹੋਇਆ ਮਨ ਬੁੱਧ ਦੀ ਗੱਲ ਕਰ ਰਿਹਾ। ਹਾਂਜੀ, ਹਾਂਜੀ 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 ਪਹਿਲੀ ਪੌੜੀ ਦੇ ਵਿੱਚ ਮੰਨੇ ਵਾਲੀ 'ਚ 2 ਵਾਰੀ ਮੰਨੇ ਆਂਦਾ ਲਾਂ ਦੇ ਨਾਲ, ਹਾਂਜੀ ਕਿ ਜਿਹੜਾ ਮੰਨਿਆ ਉੱਥੇ ਮੰਨੇ ਦਾ ਅਰਥ ਹੈ ਕਿ ਜਿਹਨੇ ਮੰਨ ਲਿਆ। ਹਾਂਜੀ ਤੇ ਜਦੋਂ ਅਗਲੀਆਂ 3 ਪੌੜੀਆਂ 'ਚ ਮੰਨੈ ਆਂਦਾ ਨੰਨੇ ਨੂੰ ਦਲਾਵਾਂ ਨਾਲ, ਉਹਦਾ ਅਰਥ ਹੈ ਮੰਨਣ ਨਾਲ, ਜੇ ਕੋਈ ਮੰਨ ਹਾਂਜੀ ਲਵੇ। ਹਾਂਜੀ ਪਹਿਲੀ ਉਹਦੀ ਅਵਸਥਾ ਦੱਸੀ, ਜਿਹਨੇ ਮੰਨਿਆ ਹੋਇਆ ਉਹਦੀ ਅਵਸਥਾ ਕੀ ਹੈ, ਅਸੀਂ ਉਹਦੀ ਅਵਸਥਾ ਬਿਆਨ ਨਹੀਂ ਕਰ ਸਕਦੇ। ਫਿਰ ਮੰਨਣ ਨਾਲ ਕੀ ਹੁੰਦਾ ਹੈ, ਅਗਲੀਆਂ 3 ਪੌੜੀਆਂ ਫਿਰ ਦਲਾਵਾਂ ਦੇ ਨਾਲ ਨੇ, ਮੰਨੈ। ਔਰ ਇੱਥੇ ਹਾਂਜੀ ਕਮਾਲ ਦੀ ਗੱਲ, ਜੇ ਕੋ ਮਨ ਜਾਣੇ ਮਨ ਕੋਏ। ਪਹਿਲੇ ਮਨ ਦੇ ਉੱਪਰ ਟਿੱਪੀ ਹੈ, ਦੂਜੇ ਮਨ ਦੇ ਹਾਂਜੀ ਉੱਪਰ ਟਿੱਪੀ ਨਹੀਂ ਹੈਗੀ ਮਮੇ ਤੇ। ਮਨ ਜਾਣੇ ਮੈਨੇ ਜੇ ਕੋਈ ਮੰਨ ਲਵੇ, ਮਨ ਕੋਏ, ਅਗਲਾ ਮਨ ਪੋਲਾ ਜਿਹਾ ਬੋਲ ਰਿਹਾ ਮਨ ਵਿੱਚ। ਕਿੰਨਾ ਬਿਲਕੁਲ। ਫਰਕ ਹੈ ਮੰਨਣਾ ਤੇ ਮਨ। ਇਸ ਕਰਕੇ ਹਾਂਜੀ ਅੱਖਾਂ ਖੋਲ ਕੇ ਇਹ ਬਾਣੀ ਪੜ੍ਹਨੀ ਪਏਗੀ। ਹਾਂਜੀ ਅਸੀਂ ਕਹਿੰਦੇ ਹਾਂ ਅਨਕ ਭਾਂਤ ਕਰ ਸੇਵਾ ਕਰੀਏ। ਹੁਣ ਇੱਥੇ ਅਨਕ ਨਹੀਂ ਹੈਗਾ, ਉੱਥੇ ਪਾਠ ਹੈ ਅਨਿਕ ਭਾਂਤ ਕਰ ਸੇਵਾ ਕਰੀਏ। ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ, ਬੋਲਣੀ ਪਏਗੀ। ਅਸੀਂ ਕਹਿੰਦੇ ਹਾਂ ਤੁਮ ਦਾਤੇ ਠਾਕਰ ਪ੍ਰਤਪਾਲਕ, ਠਾਕਰ ਨਹੀਂ ਠਾਕੁਰ, ਕੱਕੇ ਨੂੰ ਉੱਥੇ ਔਂਕੜ ਲੱਗੀ ਹੋਈ ਹੈਗੀ ਹੈ। ਬਿਲਕੁਲ ਬਿਲਕੁਲ। ਇਦਾਂ ਦੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਸਾਨੂੰ ਗੁਰਬਾਣੀ ਜਿਹੜੀ ਹੈ, ਜਿਵੇਂ ਅਸੀਂ ਕਹਿੰਦੇ ਹਾਂ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ। ਜੈ ਤਾਂ ਬਣੇਗਾ ਜੇ ਜੱਜਾ ਹਾ ਹੀ ਸਿਆਰੀ ਹੋਏਗੀ। ਉੱਥੇ ਹਾਂਜੀ ਜੱਜੇ ਨੂੰ ਸਿਆਰੀ ਲੱਗੀ ਹੈ ਤੇ ਹਾ ਬਾਅਦ ਚ ਜਿਹ, ਜਿਹ ਪ੍ਰਸਾਦ। ਸਤਿਗੁਰੂ ਸਿੱਖ ਕੀ ਕਰੇ, ਪ੍ਰਤਿਪਾ। ਪ੍ਰਤਿਪਾਲ। ਪ੍ਰਿਤ ਨਹੀਂ, ਤੱਤੇ ਨੂੰ ਸਿਆਰੀ ਲੱਗੀ ਉੱਥੇ, ਪ੍ਰਤਿਪਾਲ। ਇਸ ਤਰ੍ਹਾਂ ਸਾਨੂੰ ਜਿਹੜੇ ਨੇ ਸ਼ਬਦ ਦੇ ਉਚਾਰਨ, ਖਾਸ ਕਰ ਅਰਦਾਸ ਵਿੱਚ ਤੁਮ ਤੇ ਹੋਏ, ਅਸੀਂ ਕਹਿੰਦੇ ਤੁਮ ਸੇ ਹੋਏ ਸੋ ਆਗਿਆਕਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਇੱਕ ਤੇ ਲਗਾ ਦਾ ਉਚਾਰਨ ਸ਼ੁੱਧ ਹੋਵੇ, ਕੰਨਾ ਸਿਆਰੀ ਬਿਆਰੀ ਔਂਕੜ ਦਲੈਂਕੜ ਦਾ ਉਚਾਰਨ ਸ਼ੁੱਧ ਹੋਵੇ। ਦੂਸਰਾ, ਵਿਸਰਾਮ ਠੀਕ ਤਾਂ ਤੇ ਲਾਏ ਜਾਣ। ਹਾਂਜੀ ਗਲਤ ਵਿਸਰਾਮ ਹੋਣਗੇ, ਅਰਥਾਂ ਦੇ ਅਨਰਥ ਹੋ ਜਾਣਗੇ। ਆਮ ਤੌਰ ਤੇ ਜੇ ਅਸੀਂ ਕਵਾਂਗੇ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਅਰਥ ਬਣ ਜਾਏਗਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਗੁਰੂ ਰਾਮਦਾਸ ਭਗਤ ਬਣ ਕੇ ਆਏ। ਹੁਣ ਗੁਰੂ ਰਾਮਦਾਸ ਪਾਤਸ਼ਾਹ ਪਿਤਾ ਜੀ ਨੇ, ਗੁਰੂ ਹਾਂਜੀ ਅਰਜਨ ਦੇਵ ਪਾਤਸ਼ਾਹ ਸਾਹਿਬਜ਼ਾਦੇ ਪੁੱਤਰ ਨੇ ਉਹਨਾਂ ਦੇ। ਹੁਣ ਬਿਲਕੁਲ। ਇੱਥੇ ਵਿਸਰਾਮ ਠੀਕ ਕਰਨਾ ਪਏਗਾ, ਗੁਰੂ ਅਰਜੁਨ ਘਰ ਗੁਰੂ ਰਾਮਦਾਸ ਭਗਤ ਹਾਂਜੀ ਉਤਰ ਆਇਓ। ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਭਗਤ ਬਣ ਕੇ ਆਏ ਨੇ। ਜੇ ਮੈਂ ਵਾਹ। ਕਹਿੰਦਾ ਪਿਸ਼ਤ ਨਜੀਕ ਰਾਖ ਰਹਿਮਾਨਾ, ਪਿਸ਼ਤ ਕਹਿੰਦੇ ਨੇ ਸਵਰਗ ਨੂੰ, ਨਜੀਕ ਬਣੇ ਨੇੜੇ, ਇਹਦਾ ਅਰਥ ਬਣ ਜਾਏਗਾ ਪਿਸ਼ਤ ਨਜੀਕ ਵੀ ਸਵਰਗ ਦੇ ਰਾਖ ਰਹਿ। ਤੇ ਗੁਰਬਾਣੀ ਤੇ ਸਵਰਗ ਨਰਕ ਨੂੰ ਕੰਡੈਮ ਕਰਦੀ ਹੈ। ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਤੇ। ਅਸੀਂ ਤੇ ਮੰਨਦੇ ਹੀ ਨਹੀਂ, ਗੁਰੂ ਨੇ ਖਹਿੜਾ ਛੁਡਾ ਦਿੱਤਾ ਸਾਡਾ ਸਵਰਗਾਂ ਨਰਕਾਂ ਤੋਂ। ਕਬੀਰ ਸੁਰਗ ਨਰਕ ਤੇ ਮਹਿ ਰਹੇ ਹੋ ਸਤਿਗੁਰ ਕੇ ਪ੍ਰਸਾਦ। ਫਿਰ ਕਿਹੜੇ ਸਵਰਗ ਦੀ ਗੱਲ? ਇੱਥੇ ਪਿਸ਼ਤ ਤੇ ਰੁਕਣਾ ਪੈਣਾ ਹੈ। ਪਿਸ਼ਤ ਇਹੀ ਸਵਰਗ ਹੈ ਕਿਹੜਾ ਨਜੀਕ ਰਾਖ ਰਹਿਮਾਨਾ। ਫਿਰ ਰੱਬਾ ਤੂੰ ਮੈਨੂੰ ਆਪਣੇ ਨੇੜੇ ਰੱਖ, ਮੇਰੇ ਲਈ ਆਹੀ ਬਹਿਸ਼ਤ ਹੈ, ਮੇਰੇ ਲਈ ਆਹੀ ਸਵਰਗ ਹੈ। ਭਾਵ ਸਾਨੂੰ ਜਿਹੜਾ ਉਹ ਲਗਾਂ ਦਾ ਨਾਲ ਸਾਨੂੰ ਵਿਸਰਾਮਾਂ ਦਾ ਵੀ ਧਿਆਨ ਰੱਖਣਾ। ਸੱਚ, ਜੇ ਅਸੀਂ ਸੱਚ ਨੂੰ ਪਾਵਾਂਗੇ, ਕਹਿਣ ਤੋਂ ਭਾਵ ਸਾਨੂੰ ਵਿਸਰਾਮਾਂ ਦਾ ਲਗਾਂ ਦਾ ਧਿਆਨ ਰੱਖਣਾ ਪਏਗਾ, ਤਾਂ ਹੀ ਗੁਰਬਾਣੀ ਦਾ ਉਚਾਰਨ ਵੀ ਸ਼ੁੱਧ ਹੋਏਗਾ ਤੇ ਨਾਲ ਨਾਲ ਸਾਨੂੰ ਅਰਥਾਂ ਦੀ ਸਮਝ। ਆਪ ਜੀ ਦੀ ਆਵਾਜ਼ ਨਹੀਂ ਆ ਰਹੀ ਜੀ। ਹੈਲੋ ਜੀ। ਸਾਨੂੰ ਗੁਰਬਾਣੀ ਦੇ, ਮੈਂ ਵਿਚਾਰ ਜਾਰੀ ਰੱਖਦਾ ਵਾਂ ਕਿ ਸਾਨੂੰ ਗੁਰਬਾਣੀ ਦੇ ਇਹਨਾਂ ਸ਼ਬਦਾਂ ਦਾ ਬਹੁਤ ਧਿਆਨ ਦੇ ਨਾਲ ਸਾਨੂੰ ਵਿਸਰਾਮ ਦੇਣਾ ਪਏਗਾ। ਜਿਵੇਂ ਹਰ ਚਰਨ ਕਮਲ ਮਕਰੰਦ, ਮਕਰੰਦ ਤੇ ਲੁਕਣਾ, ਲੋਭਿਤ ਮਨੋ ਮਨ ਲੁਭਾਇਮਨ ਹੋ ਗਿਆ, ਅਣ ਦਿਨੋਂ ਮੋਹਿ ਆਹੀ ਪਿਆਸਾ। ਇਸ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਸਾਨੂੰ ਬੜੇ ਸਮਝ ਦੇ ਨਾਲ ਵਿਸਰਾਮ ਦੇ ਕੇ ਇਹਨਾਂ ਦਾ ਪਾਠ ਕਰਨਾ ਪਏਗਾ। ਸਹਿਜ ਪਦ ਬਿਮਲ, ਬਿਮਲ ਤੇ ਰੁਕਣਾ ਹੈ। ਨਨ ਏਕ ਪਦ, ਫਿਰ ਪਦ ਤੇ ਰੁਕਣਾ ਹੈ। ਗੰਧ ਬਿਨ, ਦੇਖੋ
ਜਦੋਂ ਅਸੀਂ ਅਰਥ ਕਰਦੇ ਹਾਂ ਆਪਣੇ ਆਪ ਸਪਸ਼ਟ ਹੋ ਜਾਂਦਾ ਹੈ। ਸਹਿਸ ਤਵ ਨੈਣ, ਨੈਣ ਤੇਰੇ ਕੋਲ ਹੈ ਵੀ ਹਜ਼ਾਰਾਂ ਤੇਰੀਆਂ ਅੱਖਾਂ ਨੇ, ਨਨ ਨੈਣ ਹੈ ਤੋਏ ਕੋ, ਪਰ ਤੇਰੀ ਆਪਣੀ ਵਿਸ਼ੇਸ਼ ਅੱਖ ਕੋਈ ਨਹੀਂ। ਸਹਿਸ ਮੂਰਤ, ਹਜ਼ਾਰਾਂ ਤੇਰੀਆਂ ਮੂਰਤਾਂ ਨੇ, ਨਨ ਇੱਕ ਤੋਹੀ, ਪਰ ਤੇਰੀ ਵੱਖਰੀ ਮੂਰਤ ਕੋਈ ਨਹੀਂ ਹੈ। ਸਹਿਸ ਪਦ ਵਿਮਲ, ਹਜ਼ਾਰਾਂ ਤੇਰੇ ਪਵਿੱਤਰ ਚਰਨ ਨੇ, ਨਨ ਇੱਕ ਪਦ, ਪਰ ਤੇਰਾ ਵੱਖਰਾ ਪੈਰ ਕੋਈ ਨਹੀਂ। ਗੰਧ ਬਿਨ, ਤੂੰ ਨੱਕ ਤੋਂ ਬਿਨਾ ਹੈ। ਸਹਿਸ ਤਵ ਗੰਧ, ਹਜ਼ਾਰਾਂ ਨੱਕਾਂ ਤੇਰੀਆਂ ਨੱਕਾਂ ਨੇ, ਇਹ ਵਿਚਲਤ ਮੂਹੀ। ਸਾਨੂੰ ਵਿਸਰਾਮ ਦੇ ਕੇ ਇਸ ਤਰ੍ਹਾਂ ਅਰਥ ਕਰਨੇ ਪੈਣਗੇ, ਤਾਂ ਹੀ ਸਾਨੂੰ ਗੁਰਬਾਣੀ ਦੀ ਸਮਝ ਆਏਗੀ। ਹਾਂਜੀ, ਆਪ ਜੀ ਦੀ ਆਵਾਜ਼ ਨਹੀਂ ਆ ਰਹੀ ਜੀ। ਬਾਣੀ ਪੜ੍ਹਨੀ ਹੈ, ਖਿਆਲ ਹੋਣਾ ਚਾਹੀਦਾ ਗਿਆਨ ਤਾਂ ਹੀ ਆਣਾ ਹੈ। ਕਬੀਰਾ ਜਹਾਂ ਗਿਆਨ ਹੈ ਤਾਂ ਧਰਮ ਹੈ, ਜਹਾਂ ਝੂਠ ਹੈ ਪਾਪ, ਜਹਾਂ ਲੋਭ ਹੈ ਕਾਲਾ, ਜਹਾਂ ਖਿਮਾ ਤਾਪ। ਇਹਦੇ ਵਿੱਚ ਖਿਮਾ ਵੀ ਆਏਗੀ। ਗੁਰੂ ਸਾਹਿਬ ਮਿਹਰ ਕਰਨਗੇ, ਇਹ ਸਾਡੇ ਤੇ ਰਹਿਮਤਾਂ ਕਰਨਗੇ। ਜੇਕਰ ਆਪਾਂ ਬਾਣੀ ਧਿਆਨ ਨਾਲ ਪੜਾਂਗੇ ਤੇ ਮਨ ਨੀਵਾ ਵੀ ਹੋਏਗਾ, ਹੰਕਾਰ ਜਿਹੜਾ ਕੁਛ ਨੀਵਾ ਵੀ ਹੋਏਗਾ। ਕਹੇਗਾ ਪਤਾ ਲੱਗਿਆ ਗੁਰੂ ਸਾਹਿਬ ਸਾਡੇ ਕਹਿੰਦੇ ਕੀ ਨੇ। ਨਹੀਂ ਤੇ ਗੱਲ ਉਹ ਬਣੇਗੀ ਜੇ ਪੜ ਗਿਆ ਨਾ, ਬਾਣੀ ਪੜ੍ਹੀ ਗਿਆ, ਥੋੜਾ ਗਿਆਨ ਮਿਲ ਗਿਆ ਤੇ ਮਨ ਨੀਵਾ ਨਾ ਹੋਇਆ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਾਬਰ ਜੀ ਕਿਹਾ ਲਿਖਿਆ, ਅਤ ਸੁੰਦਰ ਕਲੀਨ ਚਤਰ ਮੁਖ ਧਿਆਨੀ ਧਨਵੰਤ, ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗੱਲਾਂ ਤੇ ਕਰਨੀਆਂ ਗੁਰਬਾਣੀ ਦੀਆਂ ਏਦਾਂ ਜੇ ਬਿਲਕੁਲ ਵਿੱਚੋਂ ਹਿਰਦੇ ਚ ਪ੍ਰੀਤ ਨਹੀਂ ਜੜੀ ਪਰਮੇਸ਼ਰ ਨਾਲ ਲੱਗੀ ਨਹੀਂ, ਤਾਂ ਸਮਝ ਲਓ ਵੀ ਅਤ ਸੁੰਦਰ ਕਲੀਨ ਚਤਰ ਵਾਲਾ ਫਿਰ ਸਾਡਾ ਹਾਲ ਹੋਏਗਾ। ਸੋਹਣਾ ਹੀ ਬੜਾ, ਗੱਲਾਂ ਵੀ ਚਤਰਾ ਚਲਾ ਕੇ ਬੜਾ ਦਸਤਾਰਾ ਸੋਹਣਾ ਸਜਾਏ ਆ, ਜੇਕਰ ਮਨ ਦਾ ਧਿਆਨ ਨਹੀਂ ਲੱਗਿਆ, ਅੰਦਰੋਂ ਬਿਰਤੀ ਨਹੀਂ ਟਿਕੀ, ਅਕਾਲ ਪੁਰਖ ਨਾਲ ਹੈ ਨਹੀਂ ਬਿਰਤੀ ਟਿਕੀ, ਤੇ ਫਿਰ ਤੁਹਾਨੂੰ ਪਤਾ ਹੀ ਹੈ ਕੀ ਬਣਦਾ। ਗੁਰੂ ਨਾਨਕ ਸਵਾਲ ਬਿਲਕੁਲ ਸਪਸ਼ਟ ਕਰਕੇ ਦੱਸਿਆ। ਗਿਆਨੀ ਜੀ ਜਿਸ ਤਰ੍ਹਾਂ ਆਪਾਂ ਨੂੰ ਗੁਰਬਾਣੀ ਦਾ ਕਿਸ ਤਰ੍ਹਾਂ ਹੋਈ, ਦੱਸੋ ਥੋੜਾ ਜਿਹਾ ਵੇਰਵਾ, ਕਿੱਦਾਂ ਧਿਆਨ ਰੱਖਣਾ ਚਾਹੀਦਾ। ਜੇਕਰ ਚਲੋ ਨਵੇਂ ਹੀ ਆਪਾਂ ਨਵੀਂ ਸੰਗਤ ਜੁੜਦੀ ਹੈ, ਨਵਾਂ ਗੁਰਬਾਣੀ ਦੇ ਬੱਚੇ ਪਾਠ ਕਰਦੇ ਨੇ, ਆਪਾਂ ਕਿਸ ਤਰ੍ਹਾਂ ਜੋੜੀਏ, ਇਹ ਨਵੇਂ ਬੱਚਿਆਂ ਬਾਰੇ ਜ਼ਰੂਰ ਦੱਸੋ ਜੀ। ਆਪਾਂ ਇੰਡੀਆ ਦੇ ਵਿੱਚ ਹੀ ਜਾਣਦੇ ਆ ਕਿ ਗ੍ਰੰਥੀ ਸਿੰਘ ਬਹੁਤ ਵਧੀਆ ਸੁਖਾਸਨ ਕਰਨੇ ਸ਼ਾਮ ਨੂੰ, ਜਿਸ ਤਰ੍ਹਾਂ ਲਾਏ ਬੱਚੇ ਸਾਡੇ ਨਗਰ ਦੀ ਗੱਲ ਹੈ। ਗ੍ਰੰਥੀ ਸਿਆਣਾ ਹੋਵੇ, ਸਿਆਣਾ ਟੀਚਰ ਹੋਵੇ ਤਾਂ ਜ਼ਰੂਰ ਸਿਖਾਉਂਦਾ। ਜਦੋਂ ਆਪ ਸ਼ਾਮ ਨੂੰ ਸੁਖਾਸਨ ਸਾਹਿਬ ਕਰਦੇ ਨਾਲ ਦੱਸੇ ਏਦਾਂ ਸੁਖਾਸਨ ਕਰੀਦਾ, ਇਵੇਂ ਰਹਿਣਾ ਪਾਠ ਕਰੀਦਾ, ਕਿਵੇਂ ਜੋੜਨਾ ਬੱਚੇ ਆਪਾਂ ਕਿਸ ਤਰ੍ਹਾਂ ਦੱਸੋ ਜਰੂਰ ਜੀ। ਹਾਂਜੀ, ਇਸ ਤਰ੍ਹਾਂ ਜੀ ਮੈਂ ਇੱਕ ਛੋਟੀ ਜੀ ਗੱਲ ਸਾਂਝੀ ਕਰਾਂ। ਇੰਗਲੈਂਡ ਦੀ ਇਹ ਗੱਲ ਕਹੀ ਜਾਂਦੀ ਹੈ ਕਿ ਟ੍ਰੇਨ ਦੇ ਵਿੱਚ ਇੱਕ ਗੋਰੀ ਬੀਬੀ ਬੈਠੀ ਹੋਈ ਸੀ, ਉਹਦੀ ਗੋਦ ਵਿੱਚ ਛੋਟਾ ਬੱਚਾ ਸੀ ਤੇ ਉਹ ਬੱਚਾ ਕਿਤਾਬ ਪੜ੍ਹ ਰਿਹਾ ਸੀ। ਠੀਕ ਹੈ ਜੀ। ਕਿਸੇ ਨੇ ਹੈਰਾਨੀ ਦੇ ਨਾਲ ਸਵਾਲ ਕੀਤਾ ਉਸ ਗੋਰੀ ਬੀਬੀ ਨੂੰ ਵੀ ਤੇਰਾ ਬੱਚਾ ਛੋਟਾ ਜਿਹਾ ਕਿਤਾਬ ਪੜ੍ਹ ਰਿਹਾ ਹੈ, ਆਮ ਤੌਰ ਤੇ ਇਸ ਉਮਰ ਵਿੱਚ ਬੱਚੇ ਫੋਨਾਂ ਨਾਲ ਖੇਡਦੇ ਨੇ, ਤੇਰਾ ਬੱਚਾ ਕਿਤਾਬ ਕਿਵੇਂ ਪੜ੍ਹ ਰਿਹਾ, ਬੁੱਕ ਕਿਵੇਂ ਪੜ੍ਹ ਰਿਹਾ? ਹਾਂਜੀ। ਉਹ ਕਹਿੰਦੀ ਅਸਲ ਵਿੱਚ ਬੱਚਿਆਂ ਨੂੰ ਕਹੋ ਨਾ ਵੀ ਫੋਨ ਛੱਡ ਦਿਓ, ਕਿਤਾਬ ਪੜ੍ਹੋ, ਪੜ੍ਹਾਈ ਕਰੋ, ਉਹ ਨਹੀਂ ਮੰਨਦੇ। ਉਹ ਸਾਡੇ ਵੱਲ ਦੇਖਦੇ ਨੇ ਵੀ ਮਾਂ ਨੇ ਤੇ ਫੋਨ ਫੜਿਆ, ਮੈਨੂੰ ਕਹਿ ਰਹੀ ਹੈ ਕਿਤਾਬ ਫੜ। ਕਹਿੰਦੀ ਮੈਂ ਕੀ ਕੀਤਾ, ਬੱਚੇ ਕਾਪੀ ਕੈਟ ਨੇ, ਬੱਚੇ ਨਕਲ ਕਰਦੇ ਨੇ। ਕਹਿੰਦੀ ਮੈਂ ਕਿਤਾਬ ਫੜ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ। ਮੈਂ ਦਿਨ ਰਾਤ ਪੜ੍ਹਦੀ ਸੀ, ਮੇਰਾ ਬੱਚਾ ਮੇਰੇ ਵੱਲ ਦੇਖ ਕੇ ਕਹਿੰਦਾ ਸੀ ਮੈਂ ਵੀ ਪੜ੍ਹਨੀ ਹੈ। ਮੈਂ ਫਿਰ ਉਹਨੂੰ ਉਸ ਬੱਚਿਆਂ ਵਾਲੀਆਂ ਕਿਤਾਬਾਂ ਜਿਹੜੀਆਂ ਨੇ ਲਿਆ ਕੇ ਦਿੱਤੀਆਂ, ਉਹ ਮੇਰੇ ਵੱਲ ਦੇਖ ਦੇਖ ਕੇ ਨਕਲ ਕਰਨ ਲੱਗ ਗਿਆ ਕਿ ਮੇਰੀ ਮਾਂ ਪੜ੍ਹ ਰਹੀ, ਕਿਤਾਬ ਪੜ੍ਹ ਰਹੀ, ਤੇ ਮੈਂ ਵੀ ਕਿਤਾਬ ਪੜ੍ਹਨੀ ਹੈ। ਹੁਣ ਅਸੀਂ ਆਪਣੇ ਬੱਚਿਆਂ ਨੂੰ ਤੇ ਗੁਰਬਾਣੀ ਨਾਲ ਜੋੜਨਾ ਚਾਹੁੰਦੇ ਹਾਂ, ਪਰ ਆਪ ਅਸੀਂ ਬਾਣੀ ਪੜ੍ਹਦੇ ਨਹੀਂ ਹਾਂ। ਜੇ ਆਪ ਨਹੀਂ ਪੜਾਂਗੇ ਤੇ ਬੱਚਿਆਂ ਨੂੰ ਕਿਵੇਂ ਜੋੜਾਂਗੇ? ਬੱਚੇ ਕਹਿਣ ਦੇ ਨਾਲ ਨਹੀਂ ਕੁਝ ਕਰਨਗੇ ਵੀ ਤੁਸੀਂ ਨਿਤਨੇਮ ਦਾ ਪਾਠ ਕਰੋ, ਜਪਜੀ ਸਾਹਿਬ ਦਾ ਕਰੋ, ਕਹਿਣ ਨਾਲ ਨਹੀਂ। ਬੱਚੇ ਸਾਡੀ ਨਕਲ ਕਰਦੇ ਨੇ, ਅਸੀਂ ਕਰਾਂਗੇ, ਸਾਡੀ ਨਕਲ ਕਰਕੇ ਉਹ ਵੀ ਕਰਨਗੇ। ਪਰ ਯਾਦ ਰੱਖਿਓ, ਪਹਿਲੇ 7 ਸਾਲਾਂ ਵਿੱਚ ਨੀਂਹ ਬਣਾਉਣੀ ਪੈਂਦੀ ਹੈ, ਪਹਿਲੇ 7 ਸਾਲਾਂ 'ਚ। ਬਿਲਕੁਲ। ਜਿਹਨੂੰ ਅਸੀਂ ਭੱਟਾਂ ਦੇ ਜਦੋਂ ਸ਼ਬਦ ਪੜ੍ਹਦੇ ਆ ਨਾ, ਤੇ ਪੰਚਮ ਪਾਤਸ਼ਾਹ ਬਾਰੇ ਉਹਨਾਂ ਇੱਕ ਲਫ਼ਜ਼ ਕਿਹਾ ਹੈ, ਰਾਮਦਾਸ ਕਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਔਰ ਇਹ ਲਫ਼ਜ਼ ਭੱਟਾਂ ਨੇ ਹੋਰ ਪਿਛਲੀਆਂ ਗੁਰੂਆਂ ਵਾਸਤੇ ਨਹੀਂ ਵਰਤਿਆ, ਨਾ ਗੁਰੂ ਅੰਗਦ ਦੇਵ ਪਾਤਸ਼ਾਹ, ਨਾ ਗੁਰੂ ਅਮਰਦਾਸ, ਨਾ ਗੁਰੂ ਰਾਮਦਾਸ ਪਾਤਸ਼ਾਹ ਵਾਸਤੇ। ਗੁਰੂ ਨਾਨਕ ਪਾਤਸ਼ਾਹ ਤੇ ਧੁਰੋਂ ਗੁਰੂ ਨੇ। ਬਿਲਕੁਲ। ਕਿਉਂ?
ਕਿਉਂਕਿ ਭਾਈ ਲਹਿਣਾ ਜੀ ਗੁਰੰਗਦ ਦੇ ਪਾਤਸ਼ਾਹ 28 ਸਾਲ ਦੀ ਉਮਰ 'ਚ ਗੁਰੂ ਦਰ ਤੇ ਆਏ ਤੇ ਤਾਂ ਗੁਰਮਤਿ ਮਿਲੀ। ਉਹਨਾਂ ਨੂੰ ਘਰੋਂ ਬਿਲਕੁਲ। ਜਨਮ ਤੋਂ ਗੁਰਮਤਿ ਨਹੀਂ ਮਿਲੀ। ਹਾਂਜੀ। ਗੁਰੂ ਅਮਰਦਾਸ ਪਾਤਸ਼ਾਹ ਜੀ 60-62 ਸਾਲ ਦੀ ਉਮਰ 'ਚ ਗੁਰੰਗਦ ਦੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ, ਫਿਰ ਉਹਨਾਂ ਨੂੰ ਗੁਰਮਤਿ ਮਿਲੀ। ਗੁਰੂ ਰਾਮਦਾਸ ਪਾਤਸ਼ਾਹ ਜੀ ਬਾਅਦ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤਾਂ ਗੁਰਮਤਿ ਮਿਲੀ। ਪਰ ਹਾਂਜੀ। ਹਾਂਜੀ। ਗੁਰਜਨ ਦੇ ਪਾਤਸ਼ਾਹ ਐਸੇ ਗੁਰੂ ਨੇ ਜਿਨ੍ਹਾਂ ਦਾ ਪ੍ਰਕਾਸ਼ ਹੋਇਆ ਤੇ ਗੁਰਤਾ ਗੱਦੀ ਨਾਨਾ ਗੁਰੂ ਅਮਰਦਾਸ ਪਾਤਸ਼ਾਹ ਵਿਰਾਜਮਾਨ ਨੇ। ਭਾਵ ਹਾਂਜੀ। ਜਨਮ ਤੋਂ ਨਾਨੇ ਤੋਂ ਗੁਰਮਤਿ ਮਿਲਣੀ ਸ਼ੁਰੂ ਹੋ ਗਈ। ਨਾਨੇ ਨੇ ਗੋਦ 'ਚ ਬਿਠਾ ਕੇ ਜਦੋਂ ਬਾਣੀ ਪੜ੍ਹ ਰਿਹਾ ਤੇ ਦੋਤੇ ਨੇ ਵੀ ਬਾਣੀ ਸਿੱਖੀ। 11.5 ਉਮਰ ਤੱਕ ਨਾਨੇ ਗੁਰੂ ਅਮਰਦਾਸ ਪਾਤਸ਼ਾਹ ਕੋਲੋਂ ਗੁਰਮਤਿ ਸਿਧਾਂਤ ਤੇ ਵਿਚਾਰਧਾਰਾ ਤੇ ਬਾਣੀ ਸਿੱਖੀ ਕਮਾਈ। 11 ਸਾਲ ਦੀ ਉਮਰ ਜਦੋਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਮਤਲਬ ਇਹੀ ਹੈ ਕਿ ਤੁਸੀਂ ਜਨਮ ਤੋਂ ਗੁਰਮਤ ਪਛਾਣੀ। ਜਨਮ ਤੋਂ ਗੁਰਮਤ ਪਛਾਣੀ ਦਾ ਭਾਵ ਤੁਹਾਨੂੰ ਘਰੋਂ ਹੋਸ਼ ਸੰਭਾਲਦਿਆਂ ਗੁਰਮਤ ਮਿਲ ਗਈ। ਔਰ ਇਹ ਤੁਕ ਅੱਜ ਸਾਕਾਰ ਹੋ ਸਕਦੀ ਹੈ ਜੇ ਗੁਰਸਿੱਖ ਮਾਤਾ ਪਿਤਾ ਆਪ ਬਾਣੀ ਪੜ੍ਹਨਗੇ ਤੇ ਉਹ ਆਪਣੇ ਬੱਚਿਆਂ ਨੂੰ ਵੀ ਬਾਣੀ ਨਾਲ ਜੋੜਨਗੇ। ਬੱਚੇ ਜਨਮ ਤੋਂ ਹੋਸ਼ ਸੰਭਾਲਦਿਆਂ ਤੋਂ ਜਦੋਂ ਛੋਟੀ ਉਮਰ ਤੋਂ ਮਾਪੇ ਨੂੰ ਬਾਣੀ ਪੜ੍ਹਦਿਆਂ ਦੇਖਣਗੇ ਤੇ ਉਹਨਾਂ ਅੰਦਰ ਵੀ ਬਾਣੀ ਪੜ੍ਹਨ ਦੀ ਰੁਚੀ ਪੈਦਾ ਹੋਏਗੀ ਤੇ ਉਹ ਵੀ ਬਾਣੀ ਇਸ ਤਰ੍ਹਾਂ ਜ਼ਰੂਰ ਪੜ੍ਹਨਗੇ। ਬਿਲਕੁਲ ਜੀ। ਜਿਸ ਤਰ੍ਹਾਂ ਮੈਂ ਵੀਰ ਜੀ ਦਾ ਕਹਿਣ ਦਾ ਮਤਲਬ ਹੈ ਕਿ ਸੰਗਤ ਜੀ ਕਿ ਆਪਾਂ ਗੁਰਬਾਣੀ ਸਿਆਣੇ ਬੱਚੇ ਜਿਹੜੇ ਸਿਆਣੇ ਵੀਰ ਬਾਣੀ ਪੜ੍ਹਨ ਤੇ ਬੱਚੇ ਆਟੋਮੈਟਿਕਲੀ ਬਾਣੀ ਪੜ੍ਹਨਗੇ। ਇਹ ਸੰਗਤ ਜੀ ਸਾਡੀ ਬੇਨਤੀ ਹੈ। ਇੱਕ ਸਿੱਖ ਚੱਲਣ ਦਾ ਤੇ ਹਰ ਟਾਈਮ ਉਦੋਂ ਟਰਾਲੇ ਇਹੋ ਹੁੰਦਾ ਕਿ ਕਿਸੇ ਤਰੀਕੇ ਆਪਾਂ ਆਪਣੇ ਧਰਮ ਦੇ ਵਿੱਚ ਰਹੀਏ। ਹਰ ਕੋਈ ਬੰਦਾ ਆਪਣੇ ਗੁਰੂ ਸਾਹਿਬ ਅਰਦਾਸ ਕਰਨੇ ਸੱਚੇ ਪਾਤਸ਼ਾਹ ਹਰ ਇੱਕ ਵੀਰ ਨੂੰ ਹਰ ਇੱਕ ਧਰਮ ਦੇ ਮਜਹਬ ਨੂੰ ਆਪਣੇ ਧਰਮ ਵਿੱਚ ਪਰਪੱਕ ਰੱਖੀ ਤੇ ਸਾਡੇ ਸਿੱਖ ਧਰਮ ਦੀ ਵੀ ਚੜ੍ਹਦੀ ਕਲਾ ਸਿੱਖ ਪੰਥ ਨੂੰ ਚੜ੍ਹਦੀ ਕਲਾ ਬਖਸ਼ੀ। ਹਰ ਇੱਕ ਬੰਦਾ ਹਰ ਇੱਕ ਵੀਰ ਜਾਂ ਭੈਣ ਆਪਣਾ ਪਾਠ ਤੇ ਕਰ ਸਕੇ ਨਾ। ਮੈਂ ਅੱਗੇ ਕਈ ਵਾਰੀ ਗੱਲ ਕਰ ਚੁੱਕਾ ਕਿ ਆਪਣੇ ਘਰ ਦੇ ਵਿੱਚ ਚਲੋ ਵੀਰ ਤੇ ਜੇ ਘੱਟ ਬਾਣੀ ਪੜ੍ਹਦਾ ਪੜ੍ਹਨੀ ਚਾਹੀਦੀ। ਪਹਿਲੀ ਗੱਲ ਤੇ ਜਵਾ ਤੁਆ ਜ਼ਿਆਦਾ ਪੜ੍ਹਨੀ ਚਾਹੀਦੀ। ਪਰ ਭੈਣ ਨੂੰ ਮਾਤਾ ਨੂੰ ਉਸ ਬੱਚੇ ਦੀ ਮਾਂ ਜ਼ਰੂਰ ਬਾਣੀ ਪਾਠ ਕਰਨਾ ਚਾਹੀਦਾ। ਕਿਉਂ? ਕਾਰਨ ਮਾਵਾਂ ਦਾ ਜ਼ਿਆਦਾ ਘਰ ਦੇ ਵਿੱਚ ਗੱਲਬਾਤ ਹੁੰਦੀ ਹੈ। ਬੱਚਿਆਂ ਨੂੰ ਅਟੈਂਡ ਕਰਨਾ, ਗੱਲਬਾਤ ਕੀ ਕਰਨੀ, ਬੱਚਿਆਂ ਨੂੰ ਸਮਝਾਉਣਾ, ਔਰ ਮਾਂ ਦਾ ਫਰਜ਼ ਬਹੁਤ ਵੱਡਾ ਬਣਦਾ ਬੱਚਿਆਂ ਪ੍ਰਤੀ। ਜੇਕਰ ਅੱਜ ਬੱਚੇ ਸੰਗਤ ਜੀ ਆਪਾਂ ਨਾ ਸਾਂਭੇ ਤੇ ਆਉਣ ਵਾਲਾ ਤੁਹਾਨੂੰ ਪਤਾ ਭਿੱਖ ਇਸੇ ਮੁਲਕਾਂ ਦੇ ਵਿੱਚ ਕਿਹੋ ਜਿਹਾ ਜੋ ਇੱਥੇ ਸਕੂਲਾਂ 'ਚ ਪੜ੍ਹਦੇ ਨੇ ਬੱਚੇ ਉਹ ਸਿੱਖਣਾ। ਸਾਨੂੰ ਇਹ ਅੱਜ ਸਭ ਸੋਚ ਲਈਏ ਕਿ ਜੇ ਆਪਾਂ ਆਪ ਨਹੀਂ ਜੁੜੇ ਤੇ ਸਾਡੇ ਬੱਚੇ ਵੀ ਗਾਂ ਨਹੀਂ ਜੁੜਨੇ ਤੇ ਦੇਖੋ ਗਾਂ ਕੀ ਹਾਲ ਹੋਣਾ। ਆਪਾਂ ਗੁਰੂ ਕਿਰਪਾ ਕਰੇ ਆਪਣੇ ਧਰਮ ਦੇ ਪਰਪੱਕ ਕਰੀਏ, ਗੁਰਦੁਆਰੇ ਲੈ ਕੇ ਜਾਈਏ, ਕੋਸ਼ਿਸ਼ ਕਰੀਏ ਕਿ ਇੰਡੀਆ ਦੇ ਵਿੱਚ ਵੀ ਬੱਚਿਆਂ ਨੂੰ ਲੈ ਕੇ ਗੇੜਾ ਮਰਾ ਕੇ ਆਈਏ। ਜਿਸ ਸਾਡੇ ਪਿਓ ਦਾਦਿਆਂ ਨੇ ਬੜਾ ਥੋੜੇ ਪੈਸੇ ਇਕੱਠੇ ਕਰਕੇ ਇੰਨੀਆਂ ਜ਼ਮੀਨ ਜਾਇਦਾਦਾਂ ਸਾਡੇ ਵਾਸਤੇ ਬਣਾਈਆਂ ਤੇ ਅਸੀਂ ਗੇੜਾ ਵੀ ਨਹੀਂ ਮਾਰ ਸਕਦੇ। ਸਾਡੇ ਵਾਸਤੇ ਗੱਲ ਠੀਕ ਨਹੀਂ। ਉੱਥੇ ਵੀ ਜ਼ਰੂਰ ਜਾਈਏ। ਔਰ ਸਾਡਾ ਜਿਹੜਾ ਮੇਨ ਸਿੱਖੀ ਦਾ ਧੁਰਾ ਹੈ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ, ਉੱਥੇ ਸਿਰ ਜ਼ਰੂਰ ਹੋ ਕੇ ਦਰਸ਼ਨ ਕਰਕੇ ਗੁਰੂ ਅਰਜਨ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਸਾਡੇ ਤੇ ਮਿਹਰ ਕੀਤੀ ਹੈ, ਜ਼ਰੂਰ ਜਾ ਕੇ ਆਈਏ। ਔਰ ਗਿਆਨੀ ਜੀ ਕਈ ਸਿੰਘ ਨੇ ਇਹੋ ਜਿਹਾ ਆਪਣੇ ਕਿ ਕਹਿੰਦੇ ਅਸੀਂ ਪਾਠ ਕਰ ਲਿਆ ਉਹ ਫਿਰ ਧਿਆਨ ਨਹੀਂ ਲੱਗਾ। ਜੇ ਕਹਿੰਦੇ ਕਈ ਕਰੀ ਗਲਤੀਆਂ ਬੜੀਆਂ ਹੋ ਜਾਂਦੀਆਂ ਨੇ। ਗੱਲ ਫਿਰ ਸਾਡੀ ਐਂਡ ਵਾਲੀ ਉੱਥੇ ਆ ਗਈ। ਟਾਈਮ ਵੀ ਸਾਡਾ ਉਹ ਚੱਲਿਆ। ਐਂਡ ਵਾਲਾ ਸਾਨੂੰ ਜ਼ਰੂਰ ਦੱਸਣ ਨਿਚੋੜ ਵੀ ਵੀਰਾਂ ਨੂੰ ਬੇਨਤੀ ਵੀ ਪਾਠ ਕਰਨ ਤੇ ਉਹ ਦੱਸਿਆ ਵਿਸ਼ਰਾਮ ਕਰਕੇ ਵਿਸ਼ਰਾਮ ਕਈਆਂ ਨਵਿਆਂ ਕੋਲ ਨਹੀਂ ਲੱਗਦੇ। ਵਿਸ਼ਰਾਮ ਕਈਆਂ ਕੋਲ ਨਹੀਂ ਨਵੇਂ ਕੋਲ ਕਿਸ ਤਰ੍ਹਾਂ ਕਰਨ? ਜੇਕਰ ਗਲਤੀਆਂ ਤਾਂ ਆਪਾਂ ਅਰਦਾਸ ਕਰਾਂਗੇ ਗੁਰੂ ਬਖਸ਼ਣ ਜੋਗੇ। ਹਿਰਦੇ 'ਚ ਅਰਦਾਸ ਖੁਦ ਆਪ ਆਪਾਂ ਅਰਦਾਸ ਕਰਾਂਗੇ ਉਹ ਹਿਰਦੇ ਵਿੱਚ ਹੀ ਅਰਦਾਸ ਹੋਏਗੀ। ਜਿਹੜੀ ਕਿਸੇ ਨੂੰ ਕਰਾਵਾਂਗੇ ਤਾਂ ਉਦੋਂ ਜਾਣਦਾ ਨਾ ਕੀ ਕਰਦਾ ਪਿਆ। ਤੁਸੀਂ ਦੱਸੋ ਸੰਗਤਾਂ ਨੂੰ ਕੀ ਗੱਲਬਾਤ ਜੀ? ਐਕਚੁਅਲੀ ਜਿਵੇਂ ਕਹਿੰਦਾ ਮੈਂ ਪਹਿਲਾਂ ਇਹ ਕਿਹਾ ਸੀ ਕਿ ਜਦੋਂ ਗੁਰੂ ਨਾਲ ਪਿਆਰ ਹੋਵੇ ਨਾ ਬੱਚੇ ਵਾਂਗੂ, ਫਿਰ ਤਾਂ ਗੁਰੂ ਨੂੰ ਅਸੀਂ ਆਵਾਜ਼ਾਂ ਮਾਰਦੇ ਹਾਂ ਤੇ ਆਵਾਜ਼ਾਂ ਮਾਰ ਕੇ ਗੁਰੂ ਨਾਲ ਸਾਡਾ ਪ੍ਰੇਮ ਬਣ ਜਾਂਦਾ ਵੈ। ਗੁਰੂ ਨਾਲ ਪ੍ਰੇਮ ਬਣਾਉਣ ਤੇ ਬੱਚੇ ਵਾਲਾ ਪਿਆਰ ਚਾਹੀਦਾ ਜਿਵੇਂ ਬੱਚੇ ਦਾ ਮਾਂ ਨਾਲ ਪਿਆਰ ਹੈ, ਮਾਂ ਨੂੰ ਆਵਾਜ਼ਾਂ ਮਾਰਦਾ ਹੈ। ਜਦੋਂ ਸਾਡਾ ਪਿਆਰ ਬਣਦਾ ਨਾ ਗੁਰਬਾਣੀ ਦਾ ਵੀ ਮੈਂ ਹੁਣ ਗੁਰਬਾਣੀ ਪੜ੍ਹਨੀ ਹੈ, ਫਿਰ ਅਗਲਾ ਕੰਮ ਕੀ ਹੁੰਦਾ? ਫਿਰ ਅਸੀਂ ਐਫਰਟ ਕਰਦੇ ਹਾਂ ਗੁਰਬਾਣੀ ਨੂੰ ਸਿੱਖਣ ਵਾਸਤੇ। ਫਿਰ ਉਦਮ ਉਪਰਾਲੇ ਅਸੀਂ ਕਰਦੇ ਹਾਂ। ਉਹਦੇ ਲਈ ਗੁਰਬਾਣੀ ਦੀ ਸੰਥਿਆ ਲੈਣੀ ਕਿਸੇ ਯੋਗ ਗ੍ਰੰਥੀ ਸਿੰਘ ਕੋਲੋਂ, ਵਿਦਵਾਨ ਕੋਲੋਂ, ਵਿਚਾਰਕ ਕੋਲੋਂ, ਜਾਂ ਗੁਰਬਾਣੀ ਦੀ ਵਿਆਕਰਨ ਨੂੰ ਸਮਝਣਾ। ਕਿਉਂ? ਕਿਉਂਕਿ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਐਸੇ ਨੇ, ਮਾਨੋ ਲਿਖਿਆ ਹੋਇਆ ਨਰਕ, ਕੱਕੇ ਨੂੰ ਔਂਕੜ ਲੱਗੀ ਹੈ ਅਸੀਂ ਪੜ੍ਹਿਆ ਨਰਕ, ਕੱਕੇ ਨੂੰ ਔਂਕੜ ਨਹੀਂ ਲੱਗੀ ਅਸੀਂ ਤਾਂ ਵੀ ਪੜ੍ਹਿਆ ਨਰਕ, ਕੱਕੇ ਨੂੰ ਸਿਹਾਰੀ ਲੱਗੀ ਅਸੀਂ ਤਾਂ ਵੀ ਪੜ੍ਹਿਆ ਨਰਕ।
ਹੁਣ ਔਂਕੜ ਨਾਲ ਵੀ ਆਇਆ, ਸਿਹਾਰੀ ਨਾਲ ਵੀ ਆਇਆ, ਮੁਕਤਾ ਵੀ ਆਇਆ, ਤਿੰਨੇ ਵਾਰੀ ਨਰਕ ਪੜਿਆ। ਕਿਉਂ? ਹਾਂਜੀ ਉਹਦਾ ਕਾਰਨ, ਹੁਣ ਉਹਦੇ ਪਿੱਛੇ ਕਾਰਨ ਹੈ ਵੀ ਔਂਕੜ ਦਾ ਮਤਲਬ ਕੁਝ ਹੋਰ ਹੈ। ਜੇ ਨਰਕ ਦੇ ਹਾਂਜੀ ਕੱਕੇ ਨੂੰ ਔਂਕੜ ਲੱਗੀ ਤੇ ਉਹਦਾ ਅਰਥ ਕੁਝ ਹੋਰ ਹੈ। ਜੇ ਨਰਕ ਦੇ ਕੱਕੇ ਨੂੰ ਕੁਝ ਨਹੀਂ ਲੱਗਿਆ ਉਹਦਾ ਅਰਥ ਕੁਝ ਹੋਰ ਹੈ। ਜੇ ਨਰਕ ਦੇ ਹਾਂਜੀ ਕੱਕੇ ਨੂੰ ਸਿਹਾਰੀ ਲੱਗੀ ਉਹਦਾ ਅਰਥ ਕੁਝ ਹੋਰ ਹੈ। ਬਿਲਕੁਲ ਜਦੋਂ ਅਸੀਂ ਗੁਰਬਾਣੀ ਦੇ ਅੱਖਰਾਂ ਦੇ ਆਖਰੀ ਅੱਖਰ ਨੂੰ ਲੱਗੀ ਹੋਈ, ਸ਼ਬਦਾਂ ਦੇ ਆਖਰੀ ਅੱਖਰ ਨੂੰ ਲੱਗੀ ਹੋਈ ਔਂਕੜ ਤੇ ਸਿਹਾਰੀ ਸਮਝ ਜਾਂਦੇ ਆ, ਸਾਨੂੰ ਅਰਥ ਆਪਣੇ ਆਪ ਸਪਸ਼ਟ ਹੋ ਜਾਂਦੇ ਨੇ। ਇੱਕ ਤੇ ਹਾਂਜੀ ਗੁਰਬਾਣੀ ਵਿਆਕਰਨ ਨੂੰ ਸਮਝਣ ਨਾਲ ਹਾਂਜੀ ਉਚਾਰਨ ਸ਼ੁੱਧ ਹੋ ਜਾਂਦਾ ਵੈ, ਦੂਜਾ ਅਰਥਾਂ ਦੀ ਹਾਂਜੀ ਸਮਝ ਆਉਂਦੀ, ਤੀਜਾ ਵਿਸਰਾਮ ਠੀਕ ਲਾ ਲੈਂਦੇ ਆ। ਮੈਂ ਅਕਸਰ ਬਿਲਕੁਲ ਜਿਹੜਾ ਆਪਣੇ ਬਹੁਤ ਸਾਰੇ ਸਟੂਡੈਂਟਸ ਨੂੰ, ਗੁਰਮੁਖ ਵਿਦਿਆਰਥੀਆਂ ਨੂੰ ਮੈਂ ਗੁਰਬਾਣੀ ਵਿਆਕਰਨ ਕੋਰਸ ਕਰਾਉਂਦਾ ਰਹਿਣਾ ਵਾਂ। ਬੈਚ ਠੀਕ ਹੈ ਲੱਗਦੇ ਰਹਿੰਦੇ ਨੇ ਔਰ ਇੱਕ ਬੈਚ ਵਿੱਚ ਮੈਂ 25 ਵਿਦਿਆਰਥੀ ਲੈਣਾ। ਉਹਨਾਂ 25 ਵਿਦਿਆਰਥੀਆਂ ਨੂੰ ਗੁਰਬਾਣੀ ਦਾ ਉਚਾਰਨ, ਗੁਰਬਾਣੀ ਦੀ ਵਿਆਕਰਨ ਤੇ ਗੁਰਬਾਣੀ ਦੇ ਅਰਥਾਂ ਦੀ ਸੋਝੀ ਕਰਾਉਣਾ ਵਾ। ਇਹ ਮੈਂ ਵਾਹ ਤਕਰੀਬਨ ਕਰਾਉਣਾ ਹੁਣ ਵੀ 1 ਜੁਲਾਈ ਤੋਂ 31 ਅਗਸਤ ਤੱਕ, ਇਸ ਸਾਲ ਹਾਂਜੀ 1 ਜੁਲਾਈ ਤੋਂ 31 ਅਗਸਤ ਤੱਕ 2 ਮਹੀਨੇ ਲਈ ਮੈਂ ਗੁਰਬਾਣੀ ਹਾਂਜੀ ਵਿਆਕਰਨ ਕੋਰਸ ਕਰਾ ਰਿਹਾ ਔਰ ਆਨਲਾਈਨ ਕਰਾਣਾ, ਔਰ ਪੂਰੀ ਦੁਨੀਆ ਭਰ ਦੇ ਵਿਦਿਆਰਥੀ ਮੇਰੇ ਨਾਲ ਜੁੜ ਜਾਂਦੇ ਨੇ। ਤੇ ਵਾਹ ਇੱਕ ਬੈਚ ਦੇ ਵਿੱਚ ਮੈਂ 25 ਵਿਦਿਆਰਥੀ ਰੱਖਦਾ ਤਾਂ ਕਿ ਸਾਰਿਆਂ ਤੇ ਧਿਆਨ ਦੇ ਸਕਾਂ, ਸਾਰਿਆਂ ਨੂੰ ਫੋਕਸ ਕਰ ਸਕਾਂ, ਸਾਰਿਆਂ ਨੂੰ ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਾਂ। ਤੇ ਇਹ ਇਹ ਵੀਰ ਜਿਹੜਾ ਜੀ ਜੇ ਬੈਚ ਤੁਸੀਂ ਮੇਰੇ ਚੱਲਦੇ ਰਹਿੰਦੇ ਨੇ। ਇੱਕ ਮਿੰਟ ਤੁਸੀਂ ਰੁਕੋ, ਜਿਹੜਾ ਤੁਸੀਂ ਇਹ ਗੁਰਬਾਣੀ ਕੋਰਸ ਕਰਾਉਂਦੇ ਹੋ ਇਹਦਾ ਕੋਈ ਮਤਲਬ ਕਿ ਪੇਡ ਹੈ ਕਿ ਇੱਕ ਫੀਸ ਹੈ ਕਿ ਨਹੀਂ ਜੀ? ਹਾਂ, ਇਹਦੀ ਫੀਸ ਥੋੜੀ ਜਿਹੀ ਰੱਖੀ ਜਾਂਦੀ ਹੈਗੀ ਹੈ। ਫੀਸ ਇਸ ਠੀਕ ਹੈ ਕਰਕੇ ਰੱਖੀ ਜਾਂਦੀ ਹੈ ਤਾਂ ਕਿ ਫਜ਼ੂਲ ਮੇਰਾ ਇੱਕ ਟਾਈਮ ਵੇਸਟ ਕਰਨ ਵਾਲੇ ਨਾ ਇਕੱਠੇ ਹੋ ਜਾਣ, ਤੇ ਦੂਜਾ ਹਾਂਜੀ ਜਿਹੜਾ ਚਾਹਵਾਨ ਹੈਗਾ ਜਦੋਂ ਫੀਸ ਹਾਂਜੀ ਪੇ ਕਰੇਗਾ ਫਿਰ ਉਹ ਹਾਂਜੀ ਡੇਲੀ ਕਲਾਸਾਂ ਵੀ ਲਗਾਏਗਾ, ਫਿਰ ਉਹ ਹਾਂਜੀ ਡੇਲੀ ਹੋਮਵਰਕ ਵੀ ਕਰੇਗਾ, ਉਹ ਡੇਲੀ ਹਾਂਜੀ ਫਿਰ ਮਿਹਨਤ ਵੀ ਕਰੇਗਾ। ਉਹਨੂੰ ਪਤਾ ਫੀਸ ਦਿੱਤੀ ਹੈ। ਫੀਸ ਥੋੜੀ ਹਾਂਜੀ ਬਹੁਤੀ ਹੈ, ਜ਼ਿਆਦਾ ਨਹੀਂ। ਜਿਵੇਂ ਇੰਡੀਆ ਦੇ ਵਿੱਚ ਜਿਹੜੀ ਉਹ ਫੀਸ ਵੱਖਰੀ ਰੱਖੀ ਹੈ, ਬਾਹਰਲੇ ਦੇਸ਼ਾਂ ਹਾਂਜੀ ਦੀ ਵੱਖਰੀ ਹੈ, ਜਿਹੜੀ ਅਫੋਰਡ ਠੀਕ ਹੈ ਕੀਤੀ ਜਾ ਸਕਦੀ ਹੈ। ਉਹਦਾ ਕਾਰਨ ਹਾਂਜੀ ਸਿਰਫ ਇਹ ਹੈ, ਜਿਹਨੇ ਪੇ ਕੀਤਾ ਹੋਏਗਾ ਉਹ ਫਿਰ ਹਾਂਜੀ ਹਾਂਜੀ ਹਜ਼ਾਰ ਵਾਰ ਸੋਚੇਗਾ ਕਿ ਮੈਂ ਪੇ ਕੀਤਾ, ਇਸ ਕਰਕੇ ਮੈਂ ਮਿਹਨਤ ਕਰਾਂ। ਤੇ ਜਿਹੜੇ ਬਿਲਕੁਲ ਫ੍ਰੀ ਵਾਲੇ, ਜਿਹੜੇ ਮੇਰਾ ਸਿਰ ਬਹੁਤੇ ਖਾਣ ਵਾਲੇ ਜਾਂ ਕੇਵਲ ਤੇ ਕੇਵਲ ਜਿਹੜਾ ਸਮਾਂ ਖਰਾਬ ਕਰਨ ਵਾਲੇ ਨੇ, ਉਹਨਾਂ ਹਾਂਜੀ ਨੂੰ ਮੈਂ ਇਗਨੋਰ ਕਰ ਦਿੰਦਾ। ਹਾਂ, ਆਪਣੇ ਗ੍ਰੰਥੀ ਸਿੰਘ, ਪ੍ਰਚਾਰਕ ਸਿੰਘ ਜਿਹੜੇ ਹੋਏ, ਜੇ ਉਹ ਚਾਹਣ ਉਹਨਾਂ ਨੂੰ ਮੈਨੂੰ ਲੋੜਵੰਦਾਂ ਨੂੰ ਫ੍ਰੀ ਵੀ ਕਰਾ ਦਿੰਦਾ ਹੁੰਦਾ। ਤੇ 25 ਵਿਦਿਆਰਥੀਆਂ ਦੀ ਮੈਂ ਇਹ ਲਿਸਟ ਰੱਖਦਾ ਹੁੰਦਾ। ਤੇ ਕੋਈ ਵੀ ਜਾਣਕਾਰੀ ਲੈ ਸਕਦਾ ਮੇਰੇ ਨਾਲ ਕੰਟੈਕਟ ਕਰਕੇ। ਜਿਵੇਂ ਗੂਗਲ ਦੇ ਉੱਪਰ ਲਿਖੋ ਗਿਆਨੀ ਅਮਰਤਪਾਲ ਸਿੰਘ ਕੰਟੈਕਟ, ਤੇ ਉਹ ਮੇਰੇ ਨੰਬਰ, ਫੋਨ, ਈਮੇਲ ਸਾਰਾ ਕੁਝ ਗੂਗਲ ਤੇ ਆ ਜਾਂਦਾ ਵੈ। ਮਤਲਬ ਕਹਿਣ ਦਾ ਭਾਵ, ਜੇ ਕੋਈ ਕਰਨਾ ਚਾਹੇ ਤੇ ਮੇਰੇ ਨਾਲ ਕੰਟੈਕਟ ਕਰ ਸਕਦਾ ਹੈਗਾ। 25 ਵਿਦਿਆਰਥੀਆਂ ਦਾ ਇਹ ਬੈਚ ਹੁੰਦਾ ਵੈ, ਤੇ ਜਿਹਦੇ ਵਿੱਚ ਫਿਰ ਉਹਨਾਂ ਨੂੰ ਗੁਰਬਾਣੀ ਦੇ ਉਚਾਰਨ ਸਿਖਾਏ ਜਾਂਦੇ ਨੇ, ਆਖਰੀ ਅੱਖਰ ਨੂੰ ਲੱਗੀ ਔਂਕੜ ਸਿਹਾਰੀ ਜਾਂ ਅੱਖਰਾਂ ਵਿੱਚ ਆ ਦੁਲੈਂਕੜ ਔਂਕੜ ਲਾਂ ਦੁਲਾਂ, ਉਹਦਾ ਮਤਲਬ ਕੀ ਨਿਕਲਦਾ ਹੈ, ਉਹਦੇ ਨਾਲ ਕੀ ਹੁੰਦਾ ਹੈ। ਜਦੋਂ ਅਸੀਂ 2 ਮਹੀਨੇ ਕੋਰਸ ਕਰ ਲੈਂਦੇ ਆ, 60 ਚੈਪਟਰ ਨੇ, ਇੱਕ ਚੈਪਟਰ ਦੇ 2-2 4-4 6-6 ਭਾਗ ਹੈਗੇ ਨੇ ਅੱਗੋਂ, ਤੇ ਡੇਲੀ ਅਸੀਂ ਹੋਮਵਰਕ ਕਰਦੇ ਆ, 1 ਘੰਟਾ ਲਗਭਗ ਲਾ ਲੈਂਦੇ ਅਸੀਂ, ਤੇ ਉਦੋਂ ਸਾਨੂੰ ਅਰਥਾਂ ਦੀ ਸਮਝ ਆ ਜਾਂਦੀ। ਫਿਰ ਕਮਾਲ ਦੀ ਗੱਲ, ਇਹ ਕਲਾਸ ਫਲੈਕਸੀਬਲ ਹੈ। ਜਦੋਂ ਕਿਸੇ ਕੋਲ ਕੋਈ ਟਾਈਮ ਹੈ ਉਦੋਂ ਕਰ ਸਕਦਾ ਹੈ। ਇਹ ਨਹੀਂ ਇੱਕ ਫਿਕਸ ਟਾਈਮ ਹੈ ਸਾਰਿਆਂ ਨੂੰ ਇੱਕ ਟਾਈਮ ਤੇ ਇਕੱਠੇ ਹੋਣਾ ਪੈਣਾ। ਕਿਸੇ ਕੋਲ ਸਵੇਰੇ ਟਾਈਮ ਹੈ, ਕਿਸੇ ਕੋਲ ਸ਼ਾਮ, ਕਿਸੇ ਕੋਲ ਟਾਈਮ ਦੇ ਵਿੱਚ ਕੋਈ ਵੀ ਇਹਨੂੰ ਆਨਸਰ ਕਰ ਸਕਦਾ ਹੈ। ਕਹਿਣ ਤੋਂ ਭਾਵ, ਗੁਰਬਾਣੀ ਵਿਆਕਰਨ ਐਸਾ ਸਾਧਨ ਹੈ, ਜਿਵੇਂ ਅੱਜ ਅਸੀਂ ਫ੍ਰੈਂਚ ਸਿੱਖਣੀ ਹੈ, ਇੰਗਲਿਸ਼ ਸਿੱਖਣੀ ਹੈ, ਸਾਨੂੰ ਉਸ ਲੈਂਗੁਏਜ ਬਾਰੇ ਪਤਾ ਹੋਣਾ ਚਾਹੀਦਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਜ਼ਮਾਨੇ ਜਿਹੜੀ ਗੁਰਬਾਣੀ ਜਿਸ ਬੋਲੀ 'ਚ ਲਿਖੀ ਗਈ, ਅੱਜ ਸਾਨੂੰ ਸਮਝ ਨਹੀਂ ਆ ਰਹੀ। ਜਦੋਂ ਅਸੀਂ ਉਹ ਗੁਰਬਾਣੀ ਦੀ ਉਹ ਗ੍ਰਾਮਰ ਨੂੰ ਸਿੱਖ ਜਾਂਦੇ ਆ, ਸਾਨੂੰ ਗੁਰੂ ਦੀ ਬੋਲੀ ਆ ਜਾਂਦੀ ਹੈ, ਸਾਨੂੰ ਗੁਰੂ ਨਾਲ ਗੱਲ ਕਰਨੀ ਆ ਜਾਂਦੀ, ਗੁਰੂ ਨਾਲ ਵਚਨ ਕਰਨੇ ਆ ਜਾਂਦੇ ਨੇ। ਅਸੀਂ ਗੁਰੂ ਦੀ ਬਾਣੀ ਨੂੰ ਫਿਰ ਆਸਾਨੀ ਨਾਲ ਸਮਝ ਲੈਂਦੇ ਹੈਗੇ ਆ। ਔਰ ਇਹ ਜਿਹੜਾ ਕੋਰਸ ਹੈ, ਲਗਭਗ 5,500 ਦੇ ਕਰੀਬ ਸੰਗਤਾਂ ਨੂੰ ਮੈਂ ਹੁਣ ਤੱਕ ਬੜੇ ਸਾਲਾਂ 'ਚ ਮੈਂ ਕਰਾ ਚੁੱਕਿਆ ਵਾਂ। ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਵੀ ਕਰਾ ਚੁੱਕਿਆ, ਆਨਲਾਈਨ ਵੀ ਮੈਂ ਕਰਾ ਚੁੱਕਿਆ ਵਾਂ, ਔਰ ਅਕਸਰ ਮੈਂ ਕਰਾਉਂਦਾ ਰਹਿੰਦਾ ਹੈਗਾ ਇਹ। ਜਿਵੇਂ ਹੁਣ ਵੀ ਅਗਲਾ ਬੈਚ ਜਿਹੜਾ ਉਹ 1 ਜੁਲਾਈ ਤੋਂ ਸ਼ੁਰੂ ਹੋ ਰਿਹਾ, 31 ਅਗਸਤ ਤੱਕ। ਕੋਈ ਚਾਹਵਾਨ ਹੋਵੇ ਤੇ ਉਹ ਐਡਮਿਸ਼ਨ ਲੈ ਸਕਦਾ ਹੈਗਾ। ਅਜੇ ਵੀ ਸੀਟਾਂ ਅਵੇਲੇਬਲ ਹੈਗੀਆਂ ਨੇ। ਕਹਿਣ ਤੋਂ ਭਾਵ, ਜੇ ਅਸੀਂ ਚਾਹੀਏ ਤੇ ਗੁਰਬਾਣੀ ਵੱਲ ਸਾਡਾ ਪਿਆਰ ਹੋਵੇ, ਰੁਚੀ ਹੋਵੇ, ਤੇ 2 ਮਹੀਨੇ ਦੇ ਇਸ ਕੋਰਸ ਦੇ ਵਿੱਚ ਜਦੋਂ ਅਸੀਂ ਗੁਰਬਾਣੀ ਪੜਾਂਗੇ ਤੇ ਸਾਨੂੰ ਸਟੀਕ ਚੁੱਕਣ ਦੀ ਲੋੜ ਨਹੀਂ ਪਏਗੀ। ਬਿਨਾਂ ਸਟੀਕ ਚੁੱਕੇ ਅਸੀਂ ਗੁਰਬਾਣੀ ਦੀ ਤੁਕ ਪੜ੍ਹ ਕੇ ਆਪਣੇ ਆਪ ਹੀ ਅਰਥ ਸਮਝੀ ਜਾਵਾਂਗੇ। ਕਿਉਂ? ਸਾਨੂੰ ਗੁਰੂ ਸਾਹਿਬ ਦੇ ਜ਼ਮਾਨੇ ਦੀ ਬੋਲੀ ਆ ਜਾਏਗੀ। ਜਿਵੇਂ ਜਿਵੇਂ ਸਿੱਖ ਨਿਤਨੇਮ ਦਾ ਪਾਠ ਕਰੇਗਾ, ਸਹਿਜ ਪਾਠ ਕਰੇਗਾ, ਗੁਰੂ ਦਾ ਹੁਕਮ ਸਾਨੂੰ ਸਮਝ ਆਉਂਦਾ ਜਾਏਗਾ। ਹਾਂਜੀ।